ਕਿਉਂਕਿ ਨੌਕਰੀ ਤਾਂ ਗ੍ਰੈਜੂਏਟ ਲਈ ਹੈ ਨਹੀਂ, ਉਂਝ ਅੱਜ ਕੱਲ੍ਹ ਤਾਂ PhD ਲਈ ਵੀ ਹੈ ਨਹੀਂ। ਮੇਰੇ ਜਿਹੜੇ ਪਰਿਵਾਰਕ ਹਾਲਾਤ ਸੀ, ਰਿਸ਼ਵਤ ਦੇ ਕੇ ਮੈਂ ਨੌਕਰੀ ਤੇ ਲੱਗ ਨਹੀਂ ਸਕਦਾ। ਉਹ ਜਿਹੇ ਦਿਨ ਸੀਗੇ ਜਦੋਂ ਮੈਂ ਉਸ 800 ਰੁਪਏ ਨੂੰ ਪਰਮਾਤਮਾ ਨੇ ਮਿਹਰ ਕੀਤੀ ਤੇ ਆਪਾਂ ਠੋਕਰ ਮਾਰਤੀ। ਹੁਣ ਠੋਕਰ ਤਾਂ ਮਾਰਤੀ, ਪਰ ਮੈਂ ਘਰੇ ਆ ਕੇ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ ਕਿ ਮੈਂ 800 ਰੁਪਏ ਨੂੰ ਠੋਕਰ ਮਾਰ ਆਇਆ, ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਜੇ ਮੈਂ ਘਰਦਿਆਂ ਨੂੰ ਦੱਸਿਆ ਤੇ ਬਾਪੂ ਮੇਰਾ ਕੱਪਾ। ਤੇ ਹੁਣ ਮੈਂ ਇਸ 605 ਦੇ ਵਿੱਚ ਸੀਗਾ ਵੀ ਸਵੇਰ ਸਕੂਲ ਜਾਣਾ ਨਹੀਂ ਤੇ ਫਿਰ ਕਰਨਾ ਕੀ ਆ ਤੇ ਬਹਾਨਾ ਕੀ ਲਾਉਣਾ। ਉਹ ਮੈਨੂੰ ਕਹਿੰਦਾ ਯਾਰ ਕੱਲ੍ਹ ਨੂੰ ਕੀ ਕਰਦਾ। ਮੈਂ ਕਿਹਾ ਯਾਰ ਵਿਹਲਾ ਹੀ ਆ। ਕਹਿੰਦਾ ਫਿਰ ਤੂੰ ਮੇਰੇ ਨਾਲ ਚੱਲੀ, ਮੈਂ ਤੈਨੂੰ ਇੱਕ ਵਧੀਆ ਥਾਂ ਲੈ ਕੇ ਜਾਵਾਂ। ਉਸ ਡੇਰੇ ਦੇ ਵਿੱਚ ਨਾ ਇੱਕ ਕੈਂਪ ਲੱਗਿਆ ਹੋਇਆ ਸੀਗਾ। ਇੱਕ ਤਾਂ ਉਹ ਡਿਪਰੈਸ਼ਨ ਦੇ ਵਿੱਚ ਜਾ ਕੇ ਜਾਂ ਤਾਂ ਨਸ਼ੇ ਕਰਨ ਲੱਗੇਗਾ ਤੇ ਜਾਂ ਉਹ ਆਤਮ ਹੱਤਿਆ ਕਰੇਗਾ। ਚੈਨਲ ਸਤਰੰਗ ਦੇਖ ਰਹੇ तमाम ਦਰਸ਼ਕਾਂ ਦੀ ਖਿਦਮਤ ਦੇ ਵਿੱਚ ਮੈਂ ਖੁਸ਼ਪੀਰ ਸਿੱਧੂ ਹਾਜ਼ਰ ਹੋ ਚੁੱਕੀ ਹਾਂ ਲੈ ਕੇ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਜਿਹੀ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਵਾਵਾਂਗੇ ਜਿਹੜੇ ਕਿ ਪਹਿਰਾ ਦੇ ਰਹੇ ਨੇ ਜੈਵਿਕ ਖੇਤੀ ਦੇ ਉੱਤੇ, ਕਿਸਾਨਾਂ ਨੂੰ ਕਰ ਰਹੇ ਨੇ ਸਿੱਖਿਅਤ ਜੈਵਿਕ ਖੇਤੀ ਦੇ ਸਬੰਧ ਦੇ ਵਿੱਚ। ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਬਣ ਚੁੱਕੇ ਨੇ ਸੱਤਿਆਮੇਵ ਜਯਤੇ ਦਾ ਹਿੱਸਾ। ਤੇ ਇਸ ਤੋਂ ਇਲਾਵਾ ਕੁਦਰਤੀ ਲੰਗਰ ਲਗਾਉਣ ਦਾ ਸੁਪਨਾ ਜਿਹੜਾ ਕਿ ਸੰਤ ਸੇਵਾ ਸਿੰਘ ਜੀ ਖਡੂਰ ਵਾਲਿਆਂ ਦਾ, ਉਸ ਨੂੰ ਵੀ ਪੂਰਾ ਕਰਨ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ। ਮੇਰੀ ਮੁਰਾਦ ਹੈ ਜੀ ਗੁਰਪ੍ਰੀਤ ਜੀ ਦਬੜੀ ਖਾਨਾ। ਗੁਰਪ੍ਰੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਰੰਗ ਦੇ ਦਰਸ਼ਕਾਂ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੇ ਨਾਲ ਹੀ ਚੈਨਲ ਸਤਰੰਗ ਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਇਹ ਮੰਚ ਮੈਨੂੰ ਮੁਹੱਈਆ ਕਰਵਾਇਆ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਲਈ। ਤੇ ਤੁਹਾਡੀ ਸ਼ਖਸੀਅਤ ਦੇਖ ਕੇ ਤਾਂ ਇਉਂ ਲੱਗਦਾ ਕਿ ਕੁਦਰਤ ਦੀ ਬਹੁਤ ਮਿਹਰ ਹੈਗੀ ਹੈ ਤੁਹਾਡੇ ਤੇ। ਤਾਂ ਸ਼ੁਰੂਆਤ ਇਸ ਪ੍ਰੋਗਰਾਮ ਦੀ ਮੈਂ ਤਾਂ ਜੀ ਫਿਰ ਉਹੀ ਨਾਨਕਿਆਂ ਦਾਦਕਿਆਂ ਤੋਂ ਹੀ ਕਰਨਾ ਚਾਹੂੰਗੀ, ਕਿਉਂਕਿ ਬੱਚੇ ਨੂੰ ਜਿਹੜੀ ਗੁੜਤੀ ਮਿਲਦੀ ਹੈ ਜਾਂ ਉਸ ਦਾ ਪਾਲਣ ਪੋਸ਼ਣ ਹੁੰਦਾ ਉਹੀ ਉਹਦਾ ਜ਼ਿੰਦਗੀ ਦਾ ਜਿਹੜਾ ਪੈਂਡਾ ਹੈ ਉਹ ਤੈਅ ਕਰਦਾ ਹੈ। ਨਾਨਕੇ ਦਾਦਕੇ ਗੁਰਪ੍ਰੀਤ ਦਬੜੀ ਖਾਨਾ ਦੇ, ਭਾਵੇਂ ਕਿ ਦਬੜੀ ਖਾਨਾ ਤੋਂ ਸਾਨੂੰ ਬਹੁਤ ਕੁਝ ਗੈਸ ਕਰਨ ਨੂੰ ਮਿਲ ਰਿਹਾ, ਪਰ ਅਸਲ ਤਾਂ ਤੁਸੀਂ ਹੀ ਦੱਸੋਗੇ। ਮੇਰਾ ਦਾਦਕਾ ਪਿੰਡ ਹੀ ਆ, ਮੇਰੀ ਜੰਮਣ ਭੋਏ ਆ ਦਬੜੀ ਖਾਨਾ। ਤੇ ਮੈਂ ਇੱਕ ਸਧਾਰਨ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ। ਤੇ ਜੇ ਅਸੀਂ ਦੇਖੀਏ ਤਾਂ ਮੇਰਾ ਜਿਹੜਾ ਪਰਿਵਾਰ ਆ ਬੁਣਕਰ ਪਰਿਵਾਰ ਹੈ। ਹਾਲਾਂਕਿ ਹੁਣ ਬੁਣਕਰੀ ਹੁੰਦੀ ਨਹੀਂ ਗੀ, ਤਾਂ ਉਸ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ। ਸਾਡੇ ਪਰਿਵਾਰ ਦੇ ਵਿੱਚ ਖੇਤੀ ਨਹੀਂ ਹੈਗੀ, ਨਾ ਮੇਰਾ ਖੇਤੀ ਦਾ ਕੋਈ ਬੈਕਗਰਾਊਂਡ ਆ, ਨਾ ਮੇਰੀ ਖੇਤੀ ਦੀ ਕੋਈ ਪੜ੍ਹਾਈ ਆ। ਤੇ ਜਿੱਥੋਂ ਤੱਕ ਮੇਰੇ ਨਾਨਕਿਆਂ ਦੀ ਗੱਲ ਹੈ ਤੇ ਮੇਰਾ ਨਾਨਕਾ ਪਿੰਡ ਥਾਂਦੇਵਾਲਾ ਮੁਕਤਸਰ ਜ਼ਿਲ੍ਹੇ ਦੇ ਵਿੱਚ ਜੀ। ਤੇ ਉਸ ਤੋਂ ਬਾਅਦ ਜਿੱਥੋਂ ਬਚਪਨ ਪਹਿਲਾਂ ਬੀਤਿਆ, ਬਚਪਨ ਦੇ ਵਿੱਚ ਸਕੂਲ ਦੇ ਵਿੱਚ ਹੀ ਸਾਡੇ ਪਿੰਡ ਦੇ ਸਕੂਲ 'ਚ ਹੀ ਪੜ੍ਹਾਈ ਕੀਤੀ। ਪੜ੍ਹਦਿਆਂ 10ਵੀਂ ਪਾਸ ਕਰਨ ਤੋਂ ਬਾਅਦ +2 ਪ੍ਰਾਈਵੇਟ ਕੀਤੀ। ਹਾਲਾਤ ਇਹੋ ਜਿਹੇ ਸੀਗੇ ਕਿ ਕੰਮ ਵੀ ਕਰਨਾ ਪੈਣਾ ਸੀ ਤੇ ਪੜ੍ਹਾਈ ਵੀ ਕਰਨੀ ਪੈਣੀ ਸੀ। ਤੇ ਉਹ +2 ਪ੍ਰਾਈਵੇਟ ਕਰਨ ਤੋਂ ਬਾਅਦ ਜਦੋਂ ਮੇਰਾ ਰਿਜ਼ਲਟ ਆਇਆ ਤੇ ਮੇਰੇ ਪਿਤਾ ਜੀ ਨੇ ਫਿਰ ਮੈਨੂੰ ਇੱਕ ਆਪਸ਼ਨ ਦਿੱਤੀ ਵੀ ਤੂੰ ਕਾਕਾ ਪੜ੍ਹਨਾ ਚਾਹੁੰਦਾ ਕਿ ਕੰਮ ਹੀ ਕਰਨਾ। ਤਾਂ ਉਦੋਂ ਮੈਂ ਬਿਜਲੀ ਦਾ ਕੰਮ ਸਿੱਖਦਾ ਹੁੰਦਾ ਸੀ। ਤਾਂ ਮੈਂ ਕੁਝ ਚਿਰ ਸੋਚਣ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਪੜ੍ਹਨਾ। ਤਾਂ ਫਿਰ ਮੈਨੂੰ ਗ੍ਰੈਜੂਏਸ਼ਨ ਕਰਨ ਦਾ ਮੌਕਾ ਮਿਲ ਗਿਆ। ਉਹਨਾਂ ਵੇਲਿਆਂ 'ਚ ਜਦੋਂ ਸੰਨ 2000 ਦੀ ਗੱਲ ਆਏ, ਸੰਨ 2000 ਤੋਂ 2003 ਤੱਕ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ। ਉਹਨਾਂ ਵੇਲਿਆਂ 'ਚ 4500 ਰੁਪਈਆ ਮੇਰਾ ਲੱਗਿਆ ਹੋਣਾ। ਤੇ ਅੱਜ ਦੇ ਦਿਨਾਂ ਦੇ ਵਿੱਚ ਗ੍ਰੈਜੂਏਸ਼ਨ ਵੀ ਇੱਕ ਵੱਡੀ ਚੀਜ਼ ਹੋ ਜਾਂਦੀ ਹੈ ਪੈਸੇ ਪੱਖੋਂ। ਤਾਂ ਗ੍ਰੈਜੂਏਸ਼ਨ ਕਰਕੇ ਫਿਰ ਮੈਂ ਕੁਝ ਸਮੇਂ ਲਈ ਵਿਹਲਾ ਹੀ ਸੀ। ਸਾਡੇ ਘਰ ਇੱਕ PCO ਲੱਗਿਆ ਹੁੰਦਾ ਸੀ ਤੇ PCO ਦੇ ਉੱਤੇ ਮੈਂ ਆਪਣਾ ਟਾਈਮ ਸਪੈਂਡ ਕਰਦਾ ਸੀ। 2005 ਆਉਂਦੇ PCO ਦਾ ਕੰਮ ਜਿਹੜਾ ਹੈਗਾ ਖਤਮ ਹੋ ਗਿਆ, ਬੇਹੱਦ ਮੱਠਾ ਪੈ ਗਿਆ। ਤੇ ਉਸੇ ਦੌਰਾਨ ਮੇਰਾ ਇੱਕ ਮਿੱਤਰ ਮੇਰੇ ਕੋਲੇ ਪਹੁੰਚਿਆ ਕਿ ਜੀਦੇ ਪਿੰਡ 'ਚ ਇੱਕ ਸਕੂਲ ਆ, ਉੱਥੇ ਤੁਸੀਂ ਪੜ੍ਹਾਉਣ ਵਾਸਤੇ ਜਾ ਸਕਦੇ ਹੋ ਤਾਂ ਦੱਸੋ। ਤੇ ਫਿਰ ਮੈਂ ਉਸ ਸਕੂਲ 'ਚ ਪੜ੍ਹਾਉਣਾ ਸ਼ੁਰੂ ਕੀਤਾ। 4 ਕੁ ਮਹੀਨੇ ਮੈਂ ਉੱਥੇ ਪੜ੍ਹਾਇਆ ਤੇ ਉਸ ਤੋਂ ਬਾਅਦ ਮੈਨੂੰ ਧਿਆਨ 'ਚ ਆ ਗਿਆ ਕਿ ਇਹ ਸਕੂਲ ਨਹੀਂ ਹੈਗਾ, ਇਹ ਇੱਕ ਦੁਕਾਨ ਹੈ। ਤੇ ਉੱਥੇ ਮੈਂ ਦੇਖਿਆ ਕਿ ਬੱਚਿਆਂ ਦੇ ਨਾਲ ਟੀਚਰਸ ਦਾ ਵੀ ਫਾਈਨੈਂਸ਼ੀਅਲ ਜਿਹੜਾ ਹੈਗਾ ਆਪਾਂ ਸ਼ੋਸ਼ਣ ਉੱਥੇ ਕੀਤਾ ਜਾ ਰਿਹਾ ਸੀ। ਤੇ ਇਹ ਜਿਹੜੀ ਚੀਜ਼ ਮੈਨੂੰ ਨਾਗਵਾਰ ਗੁਜ਼ਰੀ ਤੇ ਆਪਣੇ ਅਸੂਲਾਂ ਦੇ ਕਰਕੇ ਮੈਂ ਉਹ ਸਕੂਲ ਛੱਡ ਦਿੱਤਾ। ਹਾਲਾਂਕਿ ਉੱਥੋਂ ਮੈਨੂੰ ਉਸ ਵੇਲੇ 800 ਰੁਪਏ ਪ੍ਰਤੀ ਮਹੀਨਾ ਮਿਲਦੇ ਸੀ ਤੇ ਜਿਹੜੇ ਸਾਡੇ ਘਰ ਦੇ ਆਰਥਿਕ ਹਾਲਾਤ ਸੀ ਉਹਨਾਂ ਦੇ ਮੱਦੇ ਨਜ਼ਰ ਉਹ 800 ਰੁਪਏ ਸਾਡੇ ਲਈ ਇੱਕ ਬਹੁਤ ਵੱਡੀ ਅਮਾਊਂਟ ਸੀ। ਉਹ ਇੱਕ ਕਹਾਵਤ ਆ ਕਿ
ਫਲਾਨਿਆਂ ਦੀ ਤਾਂ ਭੰਗ ਭੁੱਜਦੀ ਆ। ਤਾਂ ਉਹੋ ਜਿਹੇ ਦਿਨ ਸੀਗੇ ਜਦੋਂ ਮੈਂ ਉਸ 800 ਰੁਪਏ ਨੂੰ ਪਰਮਾਤਮਾ ਨੇ ਮਿਹਰ ਕੀਤੀ ਤੇ ਆਪਾਂ ਠੋਕਰ ਮਾਰਤੀ। ਹੁਣ ਠੋਕਰ ਤਾਂ ਮਾਰਤੀ, ਪਰ ਮੈਂ ਘਰੇ ਆ ਕੇ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ ਕਿ ਮੈਂ 800 ਰੁਪਏ ਨੂੰ ਠੋਕਰ ਮਾਰ ਆਇਆ, ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਜੇ ਮੈਂ ਘਰਦਿਆਂ ਨੂੰ ਦੱਸਿਆ ਤੇ ਬਾਪੂ ਮੇਰਾ ਕੱਬਾ ਸੁਭਾਅ ਦਾ, ਤੇ ਉਹਨੇ ਇਹ ਨਹੀਂ ਵੇਖਣਾ ਵੀ ਮੁੰਡਾ ਕਿੱਡਾ ਕੁ ਹੋ ਗਿਆ ਕਿੱਡਾ ਕੁ ਨਹੀਂ, ਤੇ ਉਹਨੇ ਫੈਂਟੀ ਲਾ ਦੇਣੀ। ਤਾਂ ਮੈਂ ਡਰਦੇ ਨੇ ਘਰ ਆ ਕੇ ਦੱਸਿਆ ਨਹੀਂ। ਤੇ ਹੁਣ ਮੈਂ ਇਸ 605 ਦੇ ਵਿੱਚ ਸੀਗਾ ਵੀ ਸਵੇਰ ਸਕੂਲ ਜਾਣਾ ਨਹੀਂ ਤੇ ਫਿਰ ਕਰਨਾ ਕੀ ਆ ਤੇ ਬਹਾਨਾ ਕੀ ਲਾਉਣਾ। ਤੇ ਐਦਾਂ ਹੀ ਪੀਸੀਓ ਤੇ ਮੈਂ ਸਕੂਲੋਂ ਆ ਕੇ ਪੀਸੀਓ ਤੇ ਬੈਠਾ, ਉੱਥੇ 605 'ਚ ਬੈਠਾ ਉਧੇੜਪੁਣ 'ਚ, ਤੇ ਸ਼ਾਮ ਨੂੰ ਉਸੇ ਮਿੱਤਰ ਦੇ ਘਰੇ ਚਲਾ ਗਿਆ ਜਦੋਂ ਪਿਤਾ ਜੀ ਆ ਕੇ ਪੀਸੀਓ ਤੇ ਬੈਠ ਗਏ। ਤੇ ਅਸੀਂ ਉੱਥੇ ਨਾ ਗਜ਼ਲਾਂ ਗੀਤ ਵਗੈਰਾ ਸੁਣਦੇ ਹੁੰਦੇ ਸੀ। ਉਹਨਾਂ ਕੋਲੇ ਉੱਥੇ ਉਹ ਡੈਕ ਵਾਲਾ ਸਿਸਟਮ ਸੀ, ਨੁਸਰਤ ਸਾਹਿਬ, ਗੁਲਾਮ ਅਲੀ ਸਾਹਿਬ, ਇਹੋ ਜਿਹੇ ਅਸੀਂ ਸਿੰਗਰਸ ਨੂੰ ਉੱਥੇ ਸੁਣਦੇ ਸੀ। ਤਾਂ ਉਹ ਸੁਣਦੇ ਜਿਹੜਾ ਉਹ ਮੁੰਡੇ ਦਾ ਵੱਡਾ ਭਾਈ ਸੀ ਰਾਜਦੀਪ ਸਿੰਘ, ਉਹ ਮੈਨੂੰ ਕਹਿੰਦਾ ਯਾਰ ਕੱਲ੍ਹ ਨੂੰ ਕੀ ਕਰਦਾ। ਮੈਂ ਕਿਹਾ ਯਾਰ ਵਿਹਲਾ ਹੀ ਆ। ਕਹਿੰਦਾ ਫਿਰ ਤੂੰ ਮੇਰੇ ਨਾਲ ਚੱਲੀ, ਮੈਂ ਤੈਨੂੰ ਇੱਕ ਵਧੀਆ ਥਾਂ ਲੈ ਕੇ ਜਾਊਂ। ਤਾਂ ਮੈਨੂੰ ਲੱਗਿਆ ਵੀ ਯਾਰ ਆਹ ਠੀਕ ਹੈ, ਵੀ ਘਰੋਂ ਨਿਕਲਣ ਦਾ ਬਹਾਨਾ ਮਿਲ ਗਿਆ ਬਿਨਾਂ ਦੱਸੇ। ਮੈਂ ਸਵੇਰ ਸਕੂਲ ਦੇ ਟਾਈਮ ਨਾਲ ਤਿਆਰ ਹੋਇਆ, ਸਾਈਕਲ ਤੇ ਚੜ੍ਹਿਆ, ਸਾਈਕਲ ਉਹਦੇ ਘਰੇ ਖੜਾਈ ਤੇ ਉਹਦੇ ਮਗਰ ਉਹਦੀ ਬਾਈਕ ਤੇ ਬੈਠਿਆ। ਉਹ ਮੈਨੂੰ ਗੁਆਂਢੀ ਪਿੰਡ ਭਗਤੂਆਂ ਨੇ ਲੈ ਗਿਆ। ਉੱਥੇ ਇੱਕ ਡੇਰਾ ਭਾਈ ਭਗਤੂ ਆ, ਉਸ ਡੇਰੇ ਦੇ ਵਿੱਚ ਨਾ ਇੱਕ ਕੈਂਪ ਲੱਗਿਆ ਹੋਇਆ ਸੀਗਾ, ਖੇਤੀ ਵਿਰਾਸਤ ਮਿਸ਼ਨ ਤੇ ਪ੍ਰਥਮ ਨਾਂ ਦੀ ਇੱਕ NGO ਆ ਦਿੱਲੀ ਦੀ, ਖੇਤੀ ਵਿਰਾਸਤ ਮਿਸ਼ਨ ਪੰਜਾਬ ਦੀ, ਇਹਨਾਂ ਦਾ ਕੋਲੈਬੋਰੇਟਿਵ ਕੈਂਪ ਸੀਗਾ। ਪੜ੍ਹੋ ਸਾਰੇ ਵਧੋ ਸਾਰੇ ਅਭਿਆਨ ਇੱਕ ਚੱਲਿਆ ਸੀਗਾ 2006 ਦੇ ਵਿੱਚ। ਉਸ ਅਭਿਆਨ ਤੋਂ ਪਹਿਲਾਂ ਇੱਕ ਸਰਵੇ ਹੋਣਾ ਸੀ 6 ਤੋਂ 14 ਸਾਲ ਦੇ ਬੱਚਿਆਂ ਦਾ ਐਜੂਕੇਸ਼ਨਲ ਸਟੇਟਸ ਜਾਣਨ ਵਾਸਤੇ, ਵੀ ਪੜ੍ਹਾਈ ਦਾ ਪੱਧਰ ਕੀ ਆ ਉਹਨਾਂ ਦਾ। ਉਹ ਸਰਵੇ ਕਰਨਾ ਕਿਵੇਂ ਆ, ਉਹਦੀ ਟ੍ਰੇਨਿੰਗ ਉਸ ਕੈਂਪ ਦੇ ਵਿੱਚ ਦਿੱਤੀ ਜਾ ਰਹੀ ਸੀ। ਹੁਣ ਦੇਖੋ ਵੀ ਕੁਦਰਤ ਦੀ ਖੇਡ, ਮੈਂ ਇੱਕ ਦਿਨ ਪਹਿਲਾਂ ਸਕੂਲ ਛੱਡਿਆ, ਦੂਜੇ ਦਿਨ ਇਤਫਾਕਨ ਉੱਥੇ ਪਹੁੰਚ ਗਿਆ। ਇਹ ਮੇਰਾ ਦੂਜਾ ਦਿਨ ਸੀ ਤੇ ਕੈਂਪ ਦਾ ਤੀਜਾ ਤੇ ਆਖਰੀ ਦਿਨ ਸੀ ਜਦੋਂ ਮੈਂ ਉੱਥੇ ਪਹੁੰਚਿਆ। ਕੋਇਨਸੀਡੈਂਸ। ਤਾਂ ਉੱਥੇ ਜਦੋਂ ਮੈਂ ਪਹੁੰਚਿਆ, ਟ੍ਰੇਨਰ ਨੇ ਵਿਵੇਕ ਜੀ ਸੀਗੇ ਪ੍ਰਥਮ ਤੋਂ, ਵਿਵੇਕ ਸ਼ਰਮਾ ਜੀ, ਉਹਨਾਂ ਨੇ ਟ੍ਰੇਨਿੰਗ ਦਿੱਤੀ। 2 ਘੰਟਿਆਂ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ ਕੁਝ ਸਵਾਲ ਪੁੱਛੇ। ਜਿਹੜੇ ਲੋਕ ਉੱਥੇ 2 ਦਿਨਾਂ ਤੋਂ ਸੀ ਉਹਨਾਂ ਨੂੰ ਜਵਾਬ ਨਹੀਂ ਆਉੜੇ, ਮੈਨੂੰ ਆਉੜ ਗਏ ਤੇ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ। ਉਸ ਤੋਂ ਬਾਅਦ ਦੁਪਹਿਰ ਵੇਲੇ ਕੋਈ ਇੱਕ ਅਜਿਹਾ ਘਟਨਾ ਚੱਕਰ ਹੋਇਆ ਜਿਹਦੇ ਵਿੱਚ ਮੈਨੂੰ ਫਿਰ ਪਾਰਟਿਸਿਪੇਟ ਕਰਨਾ ਪਿਆ। ਤਾਂ ਇਹ ਕਰਦੇ ਹੋਏ ਸ਼ਾਮ ਤੱਕ ਕੈਂਪ ਕੰਪਲੀਟ ਹੋ ਗਿਆ ਤੇ ਉੱਥੇ ਖੇਤੀ ਵਿਰਾਸਤ ਮਿਸ਼ਨ ਦੇ ਮੁਖੀ ਉਮੇਂਦਰ ਦੱਤ ਉਹ ਵੀ ਮੌਜੂਦ ਸੀ। ਉਹਨਾਂ ਨੂੰ ਲੱਗਿਆ ਵੀ ਇਹ ਬੰਦੇ 'ਚ ਕੋਈ ਗੱਲਬਾਤ ਆ। ਤੇ ਸ਼ਾਮ ਨੂੰ ਜਦੋਂ ਕੈਂਪ ਖਤਮ ਹੋਇਆ, ਉਹ ਮੈਨੂੰ ਇੱਕ ਸਾਈਡ ਲੈ ਗਏ। ਉਦੋਂ ਉਹ ਹਿੰਦੀ ਬੋਲਦੇ ਸੀ। क्या करते हो? मैं क्या जी मैं कल तक पढ़ाया करता था, आज फ्री हूँ। अच्छा, कितने पैसे मिलते थे? 800 रुपये। हमारे साथ काम करो, हम ज़्यादा पैसे देंगे। मैं क्या ਤਾਂ ਗੱਲ ਹੀ ਬਣ ਗਈ ਵੀ ਇੱਕ ਹੁਣ ਘਰਦਿਆਂ ਨੂੰ ਦੱਸਣ ਜੋਗੇ ਹੋ ਗਏ। ਇੱਕ ਨੌਕਰੀ ਗਈ, ਇੱਕ ਆਈ। ਮੈਂ ਨਹੀਂ ਪੁੱਛਿਆ ਕਿੰਨੇ ਪੈਸੇ ਦਿਓਗੇ, ਮੈਂ ਕਿਹਾ ਠੀਕ ਹੈ ਜੀ। ਤਾਂ ਇਸ ਤਰ੍ਹਾਂ ਮੇਰਾ ਇਸ ਫੀਲਡ ਦੇ ਵਿੱਚ ਜਿਹੜੇ ਫੀਲਡ ਕਰਕੇ ਅੱਜ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਕਿ ਲੋਕਾਂ ਦੇ ਅੱਗੇ ਐਜ਼ ਆ ਸੈਲੀਬ੍ਰਿਟੀ ਤੁਸੀਂ ਮੈਨੂੰ ਪੇਸ਼ ਕਰੋ, ਤਾਂ ਇਸ ਫੀਲਡ ਦੇ ਵਿੱਚ ਮੈਂ ਇੱਦਾਂ ਆਇਆ, ਕੁਦਰਤ ਦੀ ਸਾਰੀ ਜਿਹੜੀ ਹੈਗੀ ਆ ਕਰਨੀ ਕਰਕੇ। ਲੋ ਜੀ, ਜਿਹੜਾ ਕੰਮ ਮੈਂ ਕਰਨਾ ਸੀਗਾ ਬਤੌਰ ਇੱਕ ਹੋਸਟ, ਉਹ ਇਹਨਾਂ ਨੇ ਨਾਲੋਂ ਨਾਲ ਕਰ ਦਿੱਤਾ ਗੁਰਪ੍ਰੀਤ ਦਬੜੀ ਖਾਨਾ ਜੀ ਨੇ, ਕਿਉਂਕਿ ਇਹ ਬਹੁਤ ਅੱਛੇ ਬੁਲਾਰੇ ਵੀ ਨੇ ਔਰ ਇਹਨਾਂ ਨੇ ਅੱਜ ਸਾਨੂੰ ਸ਼ੁਰੂਆਤ ਵੀ ਕਰ ਦਿੱਤੀ ਇਸ ਪ੍ਰੋਗਰਾਮ ਦੀ, ਕਿਉਂਕਿ ਇਹ ਖੇਤੀ ਦੇ ਨਾਲ ਜੁੜੇ ਹੋਏ ਨੇ। ਹੁਣ ਬੇਸ਼ੱਕ ਇੱਕ ਬੁਨਕਰ ਪਰਿਵਾਰ ਦੇ ਵਿੱਚੋਂ ਆਉਂਦੇ ਨੇ, ਤੁਹਾਨੂੰ ਵੀ ਪਤਾ ਹੈ ਕਿ ਅੱਜ ਹੱਥੀਂ ਕਿਰਤ ਕਰਨ ਵਾਲਿਆਂ ਦੀ ਸਥਿਤੀ ਆਪਣੇ ਇਸ ਇਲਾਕੇ ਦੇ ਵਿੱਚ, ਖਾਸ ਤੌਰ ਤੇ ਇਸ ਸੂਬੇ ਦੇ ਵਿੱਚ ਜਾਂ ਪੂਰੇ ਮੁਲਕ ਦੇ ਵਿੱਚ ਕਿੱਥੇ ਜੇ ਖੜੀ ਹੈ, ਪਰ ਖੇਤੀ ਦੀ ਵੀ ਨਾਲ ਸਥਿਤੀ ਅੱਜ ਕਿੱਥੇ ਖੜੀ ਹੈ। ਉਸ ਖੇਤੀ ਨੂੰ ਹੰਗਾਰਾ ਦੇਣ ਦੇ ਲਈ, ਅਗਾਂਹ ਲਿਜਾਣ ਦੇ ਲਈ ਇਹ ਉਸ ਮੈਦਾਨ ਦੇ ਵਿੱਚ ਕੁੱਦ ਪਏ। ਭਾਵੇਂ ਕਿ ਇਹਨਾਂ ਕੋਲੇ ਆਪਣੇ ਕੋਲੇ ਖੇਤੀ ਲਾਇਕ ਜ਼ਮੀਨ ਸ਼ਾਇਦ ਨਾ ਹੀ ਹੋਵੇ, ਇਹਨਾਂ ਤੋਂ ਜਾਣਾਂਗੇ, ਪਰ ਇਹ ਹਰ ਉਸ ਕਿਸਾਨ ਦੀ ਬਾਂਹ ਫੜਨ ਨੂੰ ਤਿਆਰ ਨੇ ਜਿਹੜਾ ਕਿਸਾਨ ਕੁਦਰਤ ਦੇ ਨਾਲ ਜੁੜ ਕੇ ਜੈਵਿਕ ਖੇਤੀ ਨੂੰ ਤਰਜੀਹ ਦੇਣਾ ਚਾਹੁੰਦਾ ਹੈ। ਤਾਂ ਬਹੁਤ ਅੱਛਾ ਲੱਗਿਆ ਇਹ ਜਾਣ ਕੇ ਕਿ ਕਿੱਦਾਂ ਦੀ ਸੰਘਰਸ਼ ਭਰੀ ਜ਼ਿੰਦਗੀ ਰਹੀ ਸੀ ਇਹਨਾਂ ਦੀ, ਕਿਉਂਕਿ ਜੇਕਰ ਕੋਈ ਸੌਖਾ ਰਹਿੰਦਾ ਤਾਂ ਉਹ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਸੁੱਤਿਆਂ ਹੀ ਦਿਨ ਕੱਢ ਦਿੰਦਾ। ਅਗਲੀ ਜ਼ਿੰਦਗੀ ਦੀ ਗੱਲ ਕਰਾਂਗੇ। ਤੁਸੀਂ ਜਦੋਂ ਖੇਤੀ ਦੇ ਵਿੱਚ ਆ ਹੀ ਗਏ ਸੀ, ਇੱਕ ਤਰੀਕੇ ਨਾਲ ਮੈਂ ਇਹ ਕਹੂੰਗੀ ਕਿ ਭਾਵੇਂ ਤੁਸੀਂ ਪ੍ਰੈਕਟੀਕਲੀ ਤਾਂ ਖੇਤੀ ਦੇ ਵਿੱਚ ਨਹੀਂ ਆਏ ਸੀ, ਪਰ ਬਤੌਰ ਇੱਕ ਬੁਲਾਰਾ ਤਾਂ ਪਹੁੰਚ ਹੀ ਚੁੱਕੇ ਸੀ, ਇੱਕ ਨੌਕਰੀ ਦੇ ਪੱਖੋਂ ਤਾਂ ਖੇਤੀ ਦੇ ਵਿੱਚ ਦਾਖਲ ਹੋ ਹੀ ਚੁੱਕੇ ਸੀ। ਫਿਰ ਕਿਸ ਤਰ੍ਹਾਂ ਸ਼ੁਰੂਆਤ ਹੋਈ ਤੇ ਉਹ ਸ਼ੁਰੂਆਤ ਅੱਜ ਤੱਕ
ਕਿਹੜੇ ਪੜਾਵਾਂ ਵਿੱਚ ਦੀ ਲੰਘਦੀ ਹੋਈ ਆਈ ਆ? ਜਦੋਂ ਮੈਂ ਇਸ ਤਰੀਕੇ ਇਸ ਸਿਸਟਮ ਦੇ ਵਿੱਚ ਆ ਗਿਆ ਤਾਂ 1 ਮਹੀਨੇ ਦੌਰਾਨ ਮੈਨੂੰ ਇਹ ਪਤਾ ਲੱਗ ਗਿਆ ਕਿ ਇਹ ਕੀ ਕੰਮ ਹੈ, ਕਿਉਂ ਕਰਨਾ ਹੈ, ਤੇ ਕੁਦਰਤਨ ਇਹ ਕੰਮ ਮੇਰੀ ਰੁਚੀ ਦਾ ਨਿਕਲ ਆਇਆ। ਉਂਝ ਇੱਕ ਸਧਾਰਨ ਗ੍ਰੈਜੂਏਟ ਦੀਆਂ 2 ਹੋਣੀਆਂ ਹੋ ਸਕਦੀਆਂ ਪੰਜਾਬ ਦੇ ਵਿੱਚ, ਜਿਹੜਾ ਮੇਰੇ ਵਰਗਾ ਜਿਹਨੂੰ ਮੈਥ ਨਹੀਂ ਆਉਂਦਾ। ਠੀਕ ਹੈ, ਹਾਂ। ਤਾਂ ਇੱਕ ਤਾਂ ਉਹ ਡਿਪਰੈਸ਼ਨ ਦੇ ਵਿੱਚ ਜਾ ਕੇ ਜਾਂ ਤਾਂ ਨਸ਼ੇ ਕਰਨ ਲੱਗੇਗਾ ਤੇ ਜਾਂ ਉਹ ਆਤਮ ਹੱਤਿਆ ਕਰੇਗਾ। ਠੀਕ ਹੈ, ਕਿਉਂਕਿ ਨੌਕਰੀ ਤਾਂ ਗ੍ਰੈਜੂਏਟ ਲਈ ਹੈ ਹੀ ਨਹੀਂ, ਉਂਝ ਅੱਜ ਕੱਲ੍ਹ ਤਾਂ PhD ਲਈ ਵੀ ਹੈ ਨਹੀਂ। ਤੇ ਮੇਰੇ ਜਿਹੜੇ ਪਰਿਵਾਰਕ ਹਾਲਾਤ ਸੀ, ਰਿਸ਼ਵਤ ਦੇ ਕੇ ਮੈਂ ਨੌਕਰੀ ਤੇ ਲੱਗ ਨਹੀਂ ਸਕਦਾ ਸੀ। ਠੀਕ ਹੈ, ਤੇ ਹੁਣ ਇਸ ਸਿਸਟਮ ਦੇ ਵਿੱਚ ਮੈਂ ਜਦੋਂ ਆ ਗਿਆ, ਸਿਸਟਮ ਮੇਰੀ ਰੁਚੀ ਦਾ ਨਿਕਲ ਆਇਆ। ਖੇਤੀ ਵਿਰਾਸਤ ਮਿਸ਼ਨ ਉਹ ਸੰਸਥਾ ਦਾ ਨਾਂ ਸੀ ਤੇ ਕੁਦਰਤੀ ਖੇਤੀ ਤੇ ਉਹ ਕੰਮ ਕਰਦੇ ਸੀ। ਤਾਂ 1 ਮਹੀਨੇ ਬਾਅਦ ਜਦੋਂ ਮੈਨੂੰ ਧਿਆਨ 'ਚ ਆ ਗਿਆ ਵੀ ਆਹ ਕੰਮ ਹੈ, ਇਸ ਲਈ ਕਰਨਾ ਹੈ, ਤੇ ਮੇਰੀ ਰੁਚੀ ਦਾ ਨਿਕਲ ਆਇਆ, ਤਾਂ ਫਿਰ ਮੈਂ ਇਹਦੇ ਵਿੱਚ ਦਿਨੋਂ ਦਿਨ ਹੋਰ ਅੰਦਰ ਡੂੰਘਾ ਉਤਰਦਾ ਗਿਆ। ਤੇ ਉੱਥੇ ਰਹਿੰਦਿਆਂ ਖੇਤੀ ਵਿਰਾਸਤ ਮਿਸ਼ਨ ਨੇ ਦੇਸ਼ ਭਰ ਦੇ ਵਿੱਚ ਜਿੰਨੇ ਵੀ ਕੁਦਰਤੀ ਖੇਤੀ ਦੇ ਗੁਰੂ ਕਿਸਾਨ ਸੀਗੇ ਉਹਨਾਂ ਨੂੰ ਪੰਜਾਬ ਲਿਆ ਕੇ ਕਿਸਾਨਾਂ ਨਾਲ ਬਿਠਾਉਣਾ ਸ਼ੁਰੂ ਕੀਤਾ ਕਿ ਉਹਨਾਂ ਨੂੰ ਕੁਦਰਤੀ ਖੇਤੀ ਦੀ ਟ੍ਰੇਨਿੰਗ ਦਿੱਤੀ ਜਾਵੇ, ਉਹਨਾਂ ਨੂੰ ਸਮਝ ਦਿੱਤੀ ਜਾਵੇ, ਤਾਂ ਕਿ ਉਹ ਕੁਦਰਤੀ ਖੇਤੀ ਕਰਦੇ ਹੋਏ ਪੰਜਾਬ ਦਾ ਜਿਹੜਾ ਪ੍ਰੈਜ਼ੈਂਟ ਕ੍ਰਾਈਸਿਸ ਹੈਗਾ ਐਗਰੀਕਲਚਰਲ, ਉਹਦੇ ਤੋਂ ਬਾਹਰ ਆਉਣ ਦਾ ਕੋਈ ਜੁਗਤ ਲੱਗ ਸਕੇ। ਤਾਂ ਉਹ ਜਿਹੜੇ 35-40 ਇਸ ਤਰ੍ਹਾਂ ਦੇ ਗੁਰੂ ਕਿਸਾਨ ਸੀਗੇ ਨੈਸ਼ਨਲ ਲੈਵਲ ਦੇ ਵੱਖ-ਵੱਖ ਸੂਬਿਆਂ ਤੋਂ, ਉਹ ਆਉਂਦੇ ਰਹੇ ਤੇ ਮੈਂ ਉਹਨਾਂ ਤੋਂ ਸਿੱਖਦਾ ਰਿਹਾ। ਫਿਰ ਉਹਨਾਂ ਤੋਂ ਸਿੱਖੇ ਹੋਏ ਨੂੰ ਅੱਗੇ ਜਦੋਂ ਫੀਲਡ ਦੇ ਵਿੱਚ ਜਾਂਦੇ ਸੀ ਉਹਨੂੰ ਉੱਥੇ ਇੰਪਲੀਮੈਂਟ ਕਰਦੇ ਸੀ, ਉੱਥੋਂ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ। ਤੇ ਲਗਾਤਾਰ ਨਿਰੰਤਰ ਹੁਣ ਵੀ ਜਦੋਂ ਆਪਾਂ ਫੀਲਡ ਦੇ ਵਿੱਚ ਜਾਂਦੇ ਹਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਰਹਿੰਦਾ। ਬਿਲਕੁਲ, ਜਿਵੇਂ ਇਹਨਾਂ ਨੇ ਕਿਹਾ ਕਿ ਸਿੱਖਣਾ ਹੀ ਇਨਸਾਨ ਦੀ ਜ਼ਿੰਦਗੀ ਹੈ। ਇਹਨਾਂ ਨੇ ਗੁਰੂ ਕਿਸਾਨਾਂ ਤੋਂ ਸਿੱਖਿਆ, ਸਿੱਖਿਤ ਹੋ ਕੇ ਅੱਗੇ ਸਿੱਖਿਆ ਦੇਣੀ ਚਾਹੀ। ਤਾਂ ਮੈਨੂੰ ਇਉਂ ਲੱਗਦਾ ਕਿ ਗੁਰੂ ਨਾਨਕ ਦਾ ਸਹੀ ਸਿੱਖ ਹੀ ਉਹ ਹੁੰਦਾ, ਸਿੱਖ ਭਾਵ ਲਰਨਰ ਕਿਹੜਾ ਲਰਨਰ? ਜਿਹੜਾ ਕੁਦਰਤ ਤੋਂ ਸਿੱਖਦਾ। ਸੋ ਇਹਨਾਂ ਨੇ ਕੁਦਰਤੀ ਖੇਤੀ ਵੀ ਕਿਹਦੀ? ਨਾਨਕ ਦੀ ਖੇਤੀ। ਕਹਿੰਦੇ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਨੌਕਰੀ ਪੱਠ ਦਲਾਲੀ, ਹੈ ਨਾ। ਤਾਂ ਉਸ ਖੇਤੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਕਿਸਾਨ ਸੀ ਉਹਨਾਂ ਨੂੰ ਸਿੱਖਿਤ ਕਰਨ ਦਾ ਜਿਹੜਾ ਬੀੜਾ ਆਪਣੇ ਸਿਰ ਚੱਕਿਆ ਹੋਇਆ, ਔਰ ਇਹ ਅੱਜ ਤੱਕ ਵੀ ਆਪਣਾ ਫਰਜ਼ ਨਿਭਾ ਰਹੇ ਨੇ। ਜਿਵੇਂ ਕਿ ਤੁਸੀਂ ਉਹਨਾਂ ਸਾਰੇ ਗੁਰੂ ਕਿਸਾਨਾਂ ਤੋਂ ਸਿੱਖਿਆ ਤੇ ਅੱਗੇ ਕੀ ਤਰੀਕਾ ਰਿਹਾ ਸਿਖਾਉਣ ਦਾ? ਕਿਉਂਕਿ ਮੇਰੇ ਖਿਆਲ 'ਚ ਕਿਸਾਨ ਹੱਥੀਂ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਨੇ, ਕਿਸੇ ਪਾੜੇ ਤੋਂ ਸਿੱਖਣਾ ਪਸੰਦ ਨਹੀਂ ਕਰਦੇ। ਤਰੀਕੇ ਦੀ ਜਿਹੜੀ ਗੱਲ ਹੈਗੀ ਨਾ, ਮੈਂ ਜਦੋਂ ਤੁਹਾਨੂੰ ਕਿਹਾ ਸੀ ਮੇਰੀ ਰੁਚੀ ਦਾ ਨਿਕਲ ਆਇਆ ਵਿਸ਼ਾ, ਮੇਰੀ ਰੁਚੀ ਦਾ ਵਿਸ਼ਾ ਨਿਕਲਣ ਪਿੱਛੇ ਇੱਕ ਕਹਾਣੀ ਹੈ। ਮੈਂ 2ਜੀ ਜਮਾਤ ਤੋਂ ਅਖਬਾਰ ਪੜ੍ਹਦਾ, ਤਾਂ 2ਜੀ ਜਮਾਤ ਤੋਂ ਲੈ ਕੇ ਤਾਂ ਗੰਜੇ ਲਾਲ ਡਾਨ ਟਰੈਸ਼ ਆਉਂਦਾ ਹੁੰਦਾ ਸੀ ਉਦੋਂ, ਮੈਂ ਵੀ 1981 ਵੇਲੇ ਦਾ। ਤਾਂ ਕਾਰਟੂਨਾਂ ਤੋਂ ਸ਼ੁਰੂ ਹੁੰਦਾ ਹੋਇਆ 7ਵੀਂ ਜਮਾਤ ਤੱਕ ਮੈਂ 6ਵੀਂ 7ਵੀਂ 'ਚ ਆਰਟੀਕਲ ਪੜ੍ਹਨੇ ਸ਼ੁਰੂ ਕਰਤੇ ਸੀ। ਤਾਂ ਮੈਨੂੰ ਲੱਗਦਾ ਵੀ ਬਹੁ ਗਿਣਤੀ ਜਿਹੜੇ ਲੋਕ ਹੈ ਅਖਬਾਰ ਨੂੰ ਉਸ ਨਿਗਾਹ ਨਾਲ ਪੜ੍ਹਦੇ ਨਹੀਂ, ਆਰਟੀਕਲਸ ਤੱਕ ਤਾਂ ਪਹੁੰਚਦੇ ਹੀ ਨਹੀਂ ਜਿਹੜੇ ਲੇਖ ਲੱਗੇ ਹੁੰਦੇ ਆ। ਤਾਂ ਉਹ ਜਿਹੜੇ ਆਰਟੀਕਲਸ ਸੀ ਉਹਨਾਂ ਦਾ ਇੱਕ ਮੇਰੇ ਮਨ 'ਤੇ ਛਾਪ ਸੀ। ਮੈਂ ਚਲੰਤ ਮਾਮਲਿਆਂ ਪ੍ਰਤੀ ਜਾਗਰੂਕ ਰਹਿੰਦਾ ਸੀ। ਫਿਰ ਮੈਂ ਆਪਣੀ ਕਲਾਸ ਤੋਂ ਅੱਗੇ ਵਾਲੀਆਂ ਕਿਤਾਬਾਂ ਵੀ ਪਹਿਲਾਂ ਹੀ ਪੜ੍ਹ ਚੁੱਕਿਆ ਹੁੰਦਾ ਸੀ। ਮੇਰੇ ਜਿਹੜੇ ਕਜ਼ਨ ਸਿਸਟਰਸ ਵਗੈਰਾ ਆਉਂਦੇ ਸੀ, ਮਾਸੀ ਦੇ ਬੇਟੇ ਬੇਟੀਆਂ, ਮੇਰੇ ਭਰਾ, ਹਾਂ ਜੀ, ਤਾਂ ਉਹ ਕਿਤਾਬਾਂ ਵੀ ਮੈਂ ਪੜ੍ਹ ਲੈਂਦਾ ਸੀ। ਤਾਂ ਇਸ ਤਰ੍ਹਾਂ ਦਾ ਜਿਹੜਾ ਇੱਕ ਸਿਸਟਮ ਮੇਰੇ ਜੀਵਨ ਦੇ ਵਿੱਚ ਕੁਦਰਤ ਵੱਲੋਂ ਸੈੱਟ ਕੀਤਾ ਗਿਆ, ਉਹਦੇ ਕਰਕੇ ਇਹ ਕੰਮ ਮੇਰੀ ਰੁਚੀ ਦਾ ਨਿਕਲ ਆਇਆ। ਹੁਣ ਜਦੋਂ ਕੰਮ ਰੁਚੀ ਦਾ ਨਿਕਲ ਆਇਆ ਹੋਵੇ ਤਾਂ ਤੁਹਾਡੇ ਅੰਦਰ ਜੋ ਕੁਝ ਹੁੰਦਾ ਹੈ ਉਹ ਉਬਾਲੇ ਮਾਰਦਾ। ਤੇ ਖੇਤੀ ਵਿਰਾਸਤ ਮਿਸ਼ਨ 'ਚ ਰਹਿੰਦਿਆਂ ਮੈਨੂੰ ਕੁਦਰਤ ਨੇ ਇੱਕ ਅਜਿਹਾ ਮੌਕਾ ਦਿੱਤਾ ਕਿ ਮੈਂ ਲੋਕਾਂ ਦੇ ਵਿੱਚ ਪਹੁੰਚ ਕੇ ਉਸ ਚੀਜ਼ ਨੂੰ ਬਿਲਕੁਲ ਉਹਨਾਂ ਦੀ ਭਾਸ਼ਾ 'ਚ, ਉਹਨਾਂ ਦੀ ਬੋਲੀ 'ਚ ਪੂਰੇ ਸਾਇੰਟੀਫਿਕ ਤਰੀਕੇ ਨਾਲ ਉਹਨਾਂ ਦੇ ਵਿੱਚ ਰੱਖਣ ਲੱਗਿਆ। ਇਹਨਾਂ ਨੇ ਗੱਲ ਕੀਤੀ ਹੈ ਕਿਸਾਨੀ ਭਾਸ਼ਾ, ਪੇਂਡੂ ਭਾਸ਼ਾ, ਪਰ ਤਰੀਕਾ ਕਿਹੜਾ? ਵਿਗਿਆਨਿਕ, ਸਾਇੰਟੀਫਿਕ ਤਰੀਕਾ। ਹੁਣ ਜਿੱਥੇ ਕੁਦਰਤ ਦੀ ਗੱਲ ਆ ਗਈ, ਵਿਗਿਆਨ ਦੀ ਗੱਲ ਆ ਗਈ, ਨਾਲੋਂ ਨਾਲ ਤੁਹਾਨੂੰ ਦੱਸਣਾ ਪੈਣਾ ਕਿ ਕਿਸ ਤਰ੍ਹਾਂ ਦੀ ਅਪਰੋਚ ਇਸ ਚੀਜ਼ ਨੂੰ ਸਮਝਾਉਣ ਦੇ ਲਈ, ਗੱਲਾਂ ਬਾਤਾਂ ਦੇ ਵਿੱਚ ਲਈ। ਕਿਉਂਕਿ ਵਿਗਿਆਨਿਕ ਤਰੀਕਾ ਤਾਂ ਪ੍ਰੈਕਟੀਕੈਲਿਟੀ ਵੱਲ ਨੂੰ ਲੈ ਕੇ ਜਾਂਦਾ। ਅਸੀਂ ਪ੍ਰਯੋਗ ਭਾਲਦੇ ਹਾਂ, ਪ੍ਰਯੋਗ ਕਰਕੇ ਦੇਖੋ ਤੇ ਦਿਖਾਓ। ਉਹਦੇ ਬਾਬਤ ਦੱਸੋ। ਤੁਸੀਂ ਬਿਲਕੁਲ ਠੀਕ ਕਿਹਾ। ਜਦੋਂ ਆਪਾਂ ਵਿਗਿਆਨਕ ਤਰੀਕੇ ਦੀ ਵੀ ਗੱਲ ਕਰਦੇ ਹਾਂ ਤਾਂ ਵਿਗਿਆਨ ਵੀ ਗਿਆਨ 'ਚੋਂ ਨਿਕਲਦਾ। ਠੀਕ ਹੈ, ਤਾਂ ਜਦੋਂ ਤੁਸੀਂ ਸਿੱਖਦੇ ਹੋ
ਤਾਂ ਤੁਹਾਨੂੰ ਗਿਆਨ ਹਾਸਲ ਹੁੰਦਾ। ਗਿਆਨ ਦੇ ਦੋ ਸੋਮੇ ਆ, ਇੱਕ ਤਾਂ ਕਿਸੇ ਤੋਂ ਸਿੱਖਣਾ, ਇੱਕ ਤੁਹਾਡੇ ਅੰਦਰੋਂ ਫੁੱਟਣਾ ਉਹਦੀ ਕਿਰਪਾ ਨਾਲ। ਤਾਂ ਮੈਂ ਜਦੋਂ ਇਸ ਸਿਸਟਮ ਦੇ ਵਿੱਚ ਆਇਆ ਤੇ ਮੈਨੂੰ ਗੁਰੂਆਂ ਤੋਂ ਗਿਆਨ ਮਿਲਿਆ, ਕੁਛ ਮੇਰੇ ਅੰਦਰੋਂ ਫੁੱਟਿਆ। ਹੁਣ ਇਸ ਗਿਆਨ ਦੇ ਦਮ ਤੇ ਤੁਸੀਂ ਆਤਮ ਵਿਸ਼ਵਾਸੀ ਹੋ ਜਾਂਦੇ ਹੋ। ਵਿਦਆਊਟ ਨੌਲੇਜ ਤੁਸੀਂ ਕੌਨਫੀਡੈਂਟ ਨਹੀਂ ਹੋ ਸਕਦੇ, ਠੀਕ ਹੈ। ਤਾਂ ਜਦੋਂ ਤੁਸੀਂ ਸਾਹਮਣੇ ਵਾਲੇ ਦੇ ਅੱਗੇ ਖੜੇ ਹੋ ਤਾਂ ਤੁਹਾਡੇ ਕੋਲੇ ਉਹਦੇ ਤੱਕ ਗੱਲ ਪਹੁੰਚਾਉਣ ਲਈ ਆਤਮ ਵਿਸ਼ਵਾਸ ਬਹੁਤ ਹੋਣਾ ਚਾਹੀਦਾ। ਤੇ ਜਿਹੜੀ ਗੱਲ ਤੁਸੀਂ ਬੋਲਦੇ ਹੋ ਲੌਜੀਕਲ ਹੋਣੀ ਚਾਹੀਦੀ ਹੈ, ਦਲੀਲਬੱਧ ਤੱਥਾਂ ਤੇ ਆਧਾਰਿਤ। ਤੇ ਜੇ ਤੁਸੀਂ ਲੋਕਾਂ ਦੇ ਲਈ ਬੋਲਦੇ ਹੋ ਤਾਂ ਇੱਥੋਂ ਬੋਲਣਾ ਪੈਂਦਾ। ਤਾਂ ਜਿਹੜਾ ਬੰਦਾ ਇੱਥੋਂ ਬੋਲਦਾ, ਪੰਜਾਬ ਸਮੇਤ ਪੂਰੀ ਦੁਨੀਆ 'ਚ ਜਿੱਥੇ ਮਰਜ਼ੀ ਜਾ ਵੜੋ, ਉਹਦੀ ਗੱਲ ਸੁਣੀ ਜਾਂਦੀ ਹੈ। ਔਰ ਬੋਲੀ ਵੀ ਇਹ ਕੁਦਰਤ ਦੀ ਹੈ। ਪਸ਼ੂ ਪੰਛੀਆਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਪਾਲਤੂ ਜਾਨਵਰ ਹੁੰਦੇ ਨੇ ਜਾਂ ਗੈਰ ਪਾਲਤੂ ਜਾਨਵਰ ਵੀ ਕਹਿ ਦਈਏ, ਉਹ ਇਸ ਭਾਸ਼ਾ ਨੂੰ ਸਮਝਦੇ। ਤੁਸੀਂ ਸੱਚਮੁੱਚ ਕਿਹਾ ਕਿ ਇਹ ਰੂਹ ਦੀ ਬੋਲੀ ਦੀ ਤੁਸੀਂ ਵਰਤੋਂ ਕੀਤੀ, ਪਰ ਭਾਸ਼ਾ ਜਿੱਥੇ ਜਿੱਥੇ ਜਿਸ ਇਲਾਕੇ ਦੇ ਵਿੱਚ ਗਏ ਉਹ ਸ਼ਬਦਾਵਲੀ ਵਰਤਦੇ ਹੋਏ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ। ਜਿਹੜੀ ਗੱਲ ਇੱਥੋਂ ਨਿਕਲਦੀ ਹੈ ਤੇ ਉਹ ਗੱਲ ਜੇ ਲੌਜੀਕਲ ਵੀ ਹੈਗੀ ਆ ਤਾਂ ਲੋਕ ਤੁਹਾਡੇ ਤੇ ਭਰੋਸਾ ਕਰਦੇ ਆ। ਸਿਸਟਮ ਦੇ ਵਿੱਚ ਕੀ ਹੈਗਾ, ਸਿਸਟਮ ਦੇ ਵਿੱਚ ਕਿਸਾਨ ਅਤੇ ਮਾਹਰ ਇਹ ਦੋ ਅਲੱਗ-ਅਲੱਗ ਚੀਜ਼ਾਂ। ਜਿਹੜੇ ਮਾਹਰ ਆ, ਹਾਲਾਂਕਿ ਉਹ ਕਿਸਾਨ ਦੇ ਨੇੜੇ ਤੇੜੇ ਵੀ ਨਹੀਂ ਗਏ ਗਿਆਨ ਪੱਖੋਂ, ਪਰ ਉਹ ਇੱਥੇ ਬੈਠੇ ਆ ਖਾਮਖਾ। ਹਾਂ, ਤੇ ਜਿਹੜਾ ਕਿਸਾਨ ਆ ਉਹ ਇੱਥੇ ਆ। ਮਾਹਿਰ ਇਹ ਮੰਨ ਕੇ ਚੱਲਦਾ ਵੀ ਮੈਨੂੰ ਸਭ ਕੁਝ ਆਉਂਦਾ, ਕਿਸਾਨ ਨੂੰ ਕੁਝ ਨਹੀਂ ਆਉਂਦਾ, ਠੀਕ ਹੈ। ਮੇਰਾ ਮੰਨਣਾ ਹੈਗਾ ਕਿ ਕਿਸਾਨ ਹੀ ਦੁਨੀਆ ਦਾ ਪਹਿਲਾ ਤੇ ਸਭ ਤੋਂ ਵੱਡਾ ਵਿਗਿਆਨੀ ਹੈ। ਉਹਦੇ ਕੋਲੇ ਜੋ ਨੌਲੇਜ ਆ ਉਹ ਕਿਸੇ ਕੋਲੇ ਹੋ ਨਹੀਂ ਸਕਦੀ। ਤੇ ਜੇ ਕਿਸਾਨ ਕਿਸੇ ਕਾਰਨ ਭਟਕ ਗਿਆ, ਰਾਹੋਂ ਕੁਰਾਹੇ ਪੈ ਗਿਆ, ਤਾਂ ਉਹਨੂੰ ਤੁਸੀਂ ਵਾਪਸ ਰਾਹ ਤੇ ਲਿਆਉਣਾ ਤਾਂ ਉਹਦੀ ਪਿੱਚ ਤੇ ਆਉਣਾ ਪਏਗਾ। ਐ ਨਹੀਂ ਹੈਗਾ ਤੁਸੀਂ ਐਵਰੈਸਟ ਤੇ ਖੜੇ ਹੋ ਤੇ ਉੱਥੋਂ ਕਹੋਗੇ ਇੱਧਰ ਨੂੰ ਤੁਰ ਇੱਧਰ ਨੂੰ ਤੁਰ। ਕਿਸਾਨ ਦੀ ਪਿੱਚ ਤੇ ਉਹਦੇ ਬਰਾਬਰ ਆ ਕੇ ਖੜਨਾ ਪਊਗਾ, ਉਹਦੀ ਸਾਰੀ ਸਮੱਸਿਆ ਸਮਝਣੀ ਪਊਗੀ ਤੇ ਉਹਦੇ ਨਾਲ ਦਿਲੋਂ ਵਿਚਰਨਾ ਪਊਗਾ। ਹੁਣ ਸਮੱਸਿਆ ਇਹ ਨਹੀਂ ਹੈਗੀ ਕਿ ਕਿਸਾਨ ਜਿਹੜਾ ਹੈਗਾ ਸਮਝਣਾ ਨਹੀਂ ਚਾਹੁੰਦਾ। ਸਮੱਸਿਆ ਇਹ ਹੈ ਕਿ ਕਿਸਾਨ ਦੀ ਜਿਹੜੀ ਸਮਝ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਵੱਡੀ ਗੜਬੜ ਭਰ ਦਿੱਤੀ ਗਈ ਆ ਪਿਛਲੇ 55-60 ਸਾਲਾਂ ਦੇ ਹਰੀ ਕ੍ਰਾਂਤੀ ਵਾਲੇ ਸਿਸਟਮ ਵੱਲੋਂ। ਕੀ ਇਹ ਵੀ ਹੋ ਸਕਦਾ ਵੀ ਕਿਸਾਨ ਦੀ ਸਮਝ ਤਾਂ ਸੱਚਮੁੱਚ ਉੱਚੀ ਹੀ ਹੈ, ਸਾਡੇ ਸਮਝਾਉਣ ਵਾਲਿਆਂ ਦੇ ਵਿੱਚ ਕਮੀ ਹੈ। ਅਸੀਂ ਧੱਕੇ ਨਾਲ ਚੀਜ਼ਾਂ ਥੋਪਣੀਆਂ ਚਾਹੁੰਦੇ ਹਾਂ ਤਾਂ ਕਿ ਜਿਹੜੇ ਸਰਮਾਏਦਾਰਾਂ ਨੂੰ ਜਾਂ ਫਿਰ ਜਿਹੜਾ ਇਹ ਸਿਸਟਮ ਕਮਰਸ਼ੀਅਲ ਹੈ ਇਸ ਨੂੰ ਬੈਨੀਫਿਟ ਹੋਵੇ, ਇਸ ਨੂੰ ਫਾਇਦਾ ਹੋਵੇ। ਵਪਾਰੀਕਰਨ ਨੂੰ ਅਸੀਂ ਤਰਜੀਹ ਦੇ ਰਹੇ ਹਾਂ, ਨਾ ਕਿ ਜਿਵੇਂ ਇੱਕ ਭਾਈਚਾਰਕ ਸਾਂਝ ਹੁੰਦੀ ਸੀ ਪਿੰਡਾਂ ਦੇ ਵਿੱਚ, ਪਹਿਲਾਂ ਸੇਪੀ ਸਿਸਟਮ ਸੀ। ਜਾਂ ਫਿਰ ਇਹ ਕਹਿ ਲਈਏ ਵੀ ਕਈ ਵਾਰੀ ਸਾਡੇ ਉਹ ਚੀਜ਼ ਨਹੀਂ ਉਗਦੀ ਸੀ, ਅਸੀਂ ਰਿਸ਼ਤੇਦਾਰ ਦੇ ਘਰੋਂ ਲਿਆ ਕੇ ਖਾਂਦੇ ਸੀ। ਚੌਲ ਸਾਡੇ ਏਰੀਏ 'ਚ ਨਹੀਂ ਹੁੰਦੇ ਸੀ, ਅਸੀਂ ਛੋਲੇ ਦੇ ਆਉਂਦੇ, ਚੌਲ ਲੈ ਆਉਂਦੇ। ਸੋ ਹੋ ਸਕਦਾ ਕਿਤੇ ਨਾ ਕਿਤੇ ਮੈਨੂੰ ਇਉਂ ਜਾਪਦਾ ਵੀ ਕਿਸਾਨ ਦੀ ਜਿਹੜੀ ਸਮਝ ਉਹ ਅੱਜ ਵੀ ਸ਼ਾਇਦ ਉੱਚੀ ਹੋਈ ਹੈ। ਕਿਸਾਨ ਦੀ ਸਮਝ ਅੱਜ ਵੀ ਉੱਚੀ ਹੋਈ ਆ। ਅੱਜ ਵੀ ਕਿਸਾਨ ਦੇ ਘਰੇ ਜੇ ਕੋਈ ਆਉਂਦਾ ਖਾਲੀ ਨਹੀਂ ਮੁੜਦਾ, ਠੀਕ ਹੈ। ਪਰ ਪਿਛਲੇ 50-55 ਸਾਲਾਂ ਦੇ ਵਿੱਚ ਕਿਸਾਨ ਦਾ ਜਿਹੜਾ ਖੇਤੀ ਦਾ ਪੂਰਾ ਪੈਟਰਨ ਸੀਗਾ ਉਹਨੂੰ ਜਿਹੜਾ ਹੈਗਾ ਬਦਲ ਦਿੱਤਾ ਗਿਆ। ਉਹਨੂੰ ਉਹਦੇ ਦਿਮਾਗ 'ਚ ਇਹ ਭਰ ਦਿੱਤਾ ਗਿਆ ਕਿ ਭਾਈ ਤੈਨੂੰ ਕੱਖ ਨਹੀਂ ਆਉਂਦਾ, ਤੂੰ ਸਾਡੇ ਤੋਂ ਸਿੱਖ ਕੇ ਕਰ। ਹੁਣ ਕਿਸਾਨ ਦੀ ਸਮਝ ਦੇ ਵਿੱਚ ਖਰਾਬੀ ਪੈਦਾ ਕੀਤੀ ਗਈ। ਮੇਰਾ ਮੰਨਣਾ ਕਿ ਜੇ ਉਹਦੀ ਸਮਝ ਦੇ ਵਿੱਚ ਖਰਾਬੀ ਆ ਤਾਂ ਆਪਾਂ ਨੂੰ ਉਹ ਖਰਾਬੀ ਠੀਕ ਕਰਨ ਵਾਸਤੇ ਉਹਦੀ ਸਮਝ ਦੇ ਵਿੱਚ ਉਤਰਨਾ ਪਊਗਾ। ਤੇ ਜੇ ਸਮਝ ਦੇ ਵਿੱਚ ਉਤਰਨਾ ਤਾਂ ਮੁਹਾਵਰਾ ਵੀ ਕਿਸਾਨ ਵਾਲਾ ਹੋਊਗਾ। ਜੇ ਤੁਸੀਂ ਸ਼ਹਿਰੀ ਜੀਆਂ ਗੱਲਾਂ ਕਰਦੇ ਹੋਏ ਕਿਸਾਨ ਦੇ ਨਾਲ ਗੱਲਬਾਤ ਕਰੋਗੇ, ਕਿਸਾਨ ਦੇ ਉੱਤੋਂ ਦੀ ਜਾਣੀ ਆ, ਕਿਸਾਨ ਦੇ ਘਰ ਦੀਆਂ ਗੱਲਾਂ, ਕਿਸਾਨ ਦੇ ਚੁੱਲ੍ਹੇ ਦੀਆਂ ਗੱਲਾਂ, ਕਿਸਾਨ ਦੀ ਮਿੱਟੀ ਦੀਆਂ ਗੱਲਾਂ ਤੁਹਾਡੇ ਦਿਲੋਂ ਨਿਕਲਣਗੀਆਂ ਤਾਂ ਕਿਤੇ ਜਾ ਕੇ ਕਿਸਾਨ ਤੁਹਾਡੇ ਤੇ ਵਿਸ਼ਵਾਸ ਕਰੇਗਾ। ਹੁਣ ਸਿਸਟਮ ਦੇ ਵਿੱਚ ਕੋਈ ਵੀ ਕਿਸਾਨ ਦੇ ਦਿਲ ਤੋਂ ਨਹੀਂ ਜਾਣੂ ਹੁੰਦਾ, ਕਿਸਾਨ ਦੇ ਹਾਲਾਤਾਂ ਤੋਂ ਨਹੀਂ ਜਾਣੂ ਹੁੰਦਾ। ਜਿਨ੍ਹਾਂ ਦੀ 1.5 ਪੌਣੇ 2 ਲੱਖ ਰੁਪਈਆ ਤਨਖਾਹ, ਉਹ ਇਲੀਟ ਹੈ। ਉਹਨਾਂ ਲਈ ਕਿਸਾਨ ਕੀੜੀ ਮਕੌੜੇ ਤੋਂ ਵੱਧ ਮਹੱਤਵ ਨਹੀਂ ਰੱਖਦਾ, ਠੀਕ ਹੈ। ਸੋ ਜਿਹੜੇ ਇੱਥੇ ਬੈਠੇ ਆ ਇਸ ਪਾਏਦਾਨ ਤੇ ਥੱਲੜਾ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ, ਉਹਦਾ ਦੁੱਖ ਦਰਦ ਉਹਨਾਂ ਦਾ ਮਸਲਾ ਹੀ ਨਹੀਂ ਹੈਗਾ। ਮੈਂ ਕਿਸਾਨਾਂ ਦੇ ਵਿੱਚ ਰਹਿਣਾ, ਮੇਰੇ ਨਾਲ ਦੇ ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਕਿਸਾਨਾਂ ਦੇ ਵਿੱਚ ਰਹਿੰਦੇ ਆ, ਤੇ ਮੈਂ ਕਿਸਾਨਾਂ ਦੇ ਚੁੱਲ੍ਹਿਆਂ ਤੇ ਬਹਿ ਕੇ ਰੋਟੀ ਖਾਣ ਵਾਲਾ ਬੰਦਾ, ਤੇ ਮੈਂ ਉਹਨਾਂ ਦੇ ਘਰਾਂ ਦੇ, ਉਹਨਾਂ ਦੇ ਸਮਾਜਿਕ, ਆਰਥਿਕ ਸਾਰੇ ਤਰ੍ਹਾਂ ਦੇ ਹਾਲਾਤਾਂ ਤੋਂ ਪਰਿਚਿਤ ਆ, ਜਾਣੂ ਹੈ। ਜਦੋਂ ਮੈਂ ਉਹਨਾਂ ਦੇ ਹਾਲਾਤਾਂ ਤੋਂ ਜਾਣੂ ਹੈ ਤਾਂ ਮੈਂ ਉਹਨਾਂ ਦੇ ਖਿਲਾਫ ਕਿਵੇਂ ਜਾ ਸਕਦਾ ਜਾਂ ਉਹਨਾਂ ਨੂੰ ਗਲਤ ਗਾਈਡ ਕਿਵੇਂ ਕਰ ਸਕਦਾ, ਕਿਉਂਕਿ ਮੇਰੀ ਹੋਂਦ
ਵੀ ਉਹਨਾਂ ਦੇ ਹੋਂਦ ਦੇ ਨਾਲ ਹੀ ਆ। ਜੀ ਜੇ ਉਹ ਪੈਦਾ ਕਰਦੇ ਆ ਤਾਂ ਹੀ ਮੇਰੇ ਬੱਚੇ ਪਲਦੇ ਆ, ਨਹੀਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜੀ। ਹੁਣ ਅੱਜ ਦੇ ਸਿਸਟਮ ਦੇ ਵਿੱਚ ਤੁਸੀਂ ਦੇਖੋ, ਕਿਸਾਨ ਨੂੰ ਇਹ ਸਮਝਾ ਦਿੱਤਾ ਗਿਆ ਵੀ ਕਾਕਾ ਤੈਨੂੰ ਕੁਛ ਨਹੀਂ ਆਉਂਦਾ, ਜੋ ਆਉਂਦਾ ਯੂਨੀਵਰਸਿਟੀ ਨੂੰ ਆਉਂਦਾ, ਜੋ ਆਉਂਦਾ ਖੇਤੀਬਾੜੀ ਮਹਿਕਮੇ ਨੂੰ ਆਉਂਦਾ, ਜਿਵੇਂ ਉਹ ਕਹਿੰਦੇ ਆ ਉਵੇਂ ਕਰ। ਜੀ ਉਹਨਾਂ ਦੇ ਮੁਤਾਬਕ ਕਰਦੇ ਕਰਦੇ ਜੀ ਪੰਜਾਬ ਦਾ ਕਿਸਾਨ ਜੀ ਕਰਜ਼ਾਈ ਹੋ ਗਿਆ, ਜੀ ਆਤਮ ਹੱਤਿਆਵਾਂ ਕਰਨੀਆਂ ਸ਼ੁਰੂ ਹੋ ਗਈਆਂ। ਹਰੀ ਕ੍ਰਾਂਤੀ ਵਾਲਾ ਸਿਸਟਮ ਇੱਥੇ ਮੈਂ ਥੋੜਾ ਜਿਹਾ ਟਾਈਮ ਲਵਾਂਗਾ। ਬਿਲਕੁਲ। ਤੇ ਇਸ ਹਰੀ ਕ੍ਰਾਂਤੀ ਵਾਲੇ ਜਿਹੜੇ ਟੌਪਿਕ ਦੇ ਉੱਤੇ, ਇਸ ਵਿਸ਼ੇ ਦੇ ਉੱਤੇ ਵੀ ਆਪਾਂ ਇਹਨਾਂ ਦੇ ਨਾਲ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਰੁਕਦੇ ਹਾਂ ਇੱਕ ਵਕਫੇ ਦੇ ਲਈ। ਗੁਰਪ੍ਰੀਤ ਦਬੜੀ ਖਾਨਾ ਜੀ ਨੇ ਗੱਲ ਕੀਤੀ ਹੈ ਜੀ ਹਰੀ ਕ੍ਰਾਂਤੀ ਦੀ, ਜਿਹੜੀ ਕਿ 60ਵੇਂ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਆਈ ਸੀ। ਹਰੀ ਕ੍ਰਾਂਤੀ ਤੋਂ ਗੱਲ ਆਪਾਂ ਅਜੋਕੇ ਕਿਸਾਨ ਤੱਕ ਵੀ ਲੈ ਕੇ ਆਉਣੀ ਹੈ ਗੁਰਪ੍ਰੀਤ ਜੀ। ਜੀ ਜਦੋਂ ਹਰੀ ਕ੍ਰਾਂਤੀ ਆਉਂਦੀ ਹੈ ਤਾਂ ਕਿਸਾਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਇਸ ਤਰੀਕੇ ਨਾਲ ਖੇਤੀ ਕਰੋ, ਤੁਹਾਡਾ ਤਰੀਕਾ ਬਹੁਤ ਪੁਰਾਣਾ, ਇਹਦਾ ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਇਸ ਤਰੀਕੇ ਨਾਲ ਖੇਤੀ ਕਰੋ, ਝਾੜ ਵਧਣਗੇ, ਪੈਸਾ ਆਏਗਾ, ਖੁਸ਼ਹਾਲੀ ਆਏਗੀ। ਹੁਣ ਪੈਸੇ ਦਾ ਤੇ ਖੁਸ਼ਹਾਲੀ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈਗਾ, ਠੀਕ ਹੈ। ਪਰ ਕਿਸਾਨਾਂ ਨੂੰ ਇਦਾਂ ਸੁਪਨਾ ਦਿੱਤਾ ਗਿਆ। ਜਦੋਂ ਮੈਨੂੰ ਹਰੀ ਕ੍ਰਾਂਤੀ ਤੇ ਇਸ ਤਰ੍ਹਾਂ ਇੱਕ ਹਾਸਾ ਆਉਂਦਾ ਵੀ ਹਾਂ, ਇਹ ਇੱਕ ਹਾਸੋਹੀਣੀ ਗੱਲ ਹੈ ਕਿ ਜਦੋਂ ਤਾਂ ਅਸੀਂ ਕੰਗਾਲ ਸੀ, ਉਹਨਾਂ ਦੇ ਕਹਿਣ ਮੁਤਾਬਕ ਭੁੱਖਮਰੀ ਸੀ ਨਹੀਂ, ਪੰਜਾਬ ਕਦੇ ਵੀ ਭੁੱਖਮਰੀ ਨਹੀਂ ਸੀ। ਉਹ ਕਹਿੰਦੇ ਵੀ ਤੁਸੀਂ ਗਰੀਬ ਹੋ, ਹਰੀ ਕ੍ਰਾਂਤੀ ਵਾਲੀ ਖੇਤੀ ਕਰੋ, ਤੁਹਾਡੇ ਕੋਲੇ ਪੈਸਾ ਆਊਗਾ। ਤਾਂ ਮੈਨੂੰ ਇਸ ਗੱਲ ਤੇ ਹਾਸੀ ਆਉਂਦੀ ਹੈ ਕਿ ਜਦੋਂ ਅਸੀਂ ਗਰੀਬ ਸੀ ਉਦੋਂ ਦੁੱਧ ਨਹੀਂ ਵੇਚਦੇ ਸੀ। ਹਰੀ ਕ੍ਰਾਂਤੀ ਆਈ, ਉਹਨਾਂ ਦੇ ਮੁਤਾਬਕ ਹਰੀ ਕ੍ਰਾਂਤੀ ਪੈਸਾ ਲੈ ਕੇ ਆਉਣੀ ਸੀ। ਉਹ ਮੰਨ ਲਓ ਪੈਸਾ ਲੈ ਕੇ ਆਈ। ਜਦੋਂ ਤਾਂ ਸਾਡੇ ਕੋਲੇ ਪੈਸਾ ਹੈ ਨਹੀਂ ਸੀ, ਉਦੋਂ ਤਾਂ ਅਸੀਂ ਦੁੱਧ ਵੇਚਣਾ, ਪੁੱਤ ਵੇਚਣਾ ਕਹਿੰਦੇ ਸੀ, ਦੁੱਧ ਵੇਚਦੇ ਨਹੀਂ ਸੀ। ਪਰ ਜਿਵੇਂ ਹੀ ਹਰੀ ਕ੍ਰਾਂਤੀ ਆਈ, ਹੌਲੀ ਹੌਲੀ ਅਸੀਂ ਦੁੱਧ ਵੇਚਣਾ ਸ਼ੁਰੂ ਕੀਤਾ। ਠੀਕ ਹੈ। ਜੇ ਹਰੀ ਕ੍ਰਾਂਤੀ ਪੈਸੇ ਲੈ ਕੇ ਆਈ ਹੁੰਦੀ ਤਾਂ ਅਸੀਂ ਦੁੱਧ ਕਿਉਂ ਵੇਚਦੇ, ਪਹਿਲੀ ਗੱਲ। ਦੂਜੀ ਗੱਲ, ਹਾਂ ਪੈਸਾ ਲੈ ਕੇ ਆਈ, ਪਰ ਉਹ ਪੈਸਾ ਕਰਜ਼ੇ ਦਾ ਸੀ, ਕਰਜ਼ੇ ਦੇ ਰੂਪ 'ਚ ਸੀ। ਤਾਂ ਕਰਜ਼ਾ ਜਿਵੇਂ ਜਿਵੇਂ ਚੜ੍ਹਦਾ ਗਿਆ, ਪਹਿਲਾਂ ਦੁੱਧ ਵਿਕਣਾ ਸ਼ੁਰੂ ਹੋਇਆ, ਫਿਰ ਪੰਜਾਬ ਦੇ ਪੁੱਤ ਵਿਕਣੇ ਸ਼ੁਰੂ ਹੋਏ, ਫਿਰ ਪੰਜਾਬ ਦੀਆਂ ਧੀਆਂ ਸੜਨੀਆਂ ਸ਼ੁਰੂ ਹੋਈਆਂ। ਦਹੇਜ ਵਾਲੇ ਮਾਮਲੇ 'ਚ ਧੀਆਂ ਨੂੰ ATM ਬਣਾ ਲਿਆ ਗਿਆ ਸੀ। ਹੁਣ ATM ਆਏ ਨਾ 20 ਸਾਲ ਪਹਿਲਾਂ। ਹਾਂ ਨਹੀਂ, ATM ਤਾਂ ਹੁਣ ਆਇਆ 15-20 ਸਾਲ ਪਹਿਲਾਂ। ਪੰਜਾਬ ਦੇ ਵਿੱਚ ਤਾਂ ATM ਹੋ ਗਿਆ ਸੀ 80 ਦੇ ਦਹਾਕੇ 'ਚ ਸ਼ੁਰੂ। ਜਿਹੜੀ ਕੁੜੀ ਵਿਆਹ ਕੇ ਆਈ ਆ, ਉਹਨੂੰ ਕਹਿੰਦੇ ਜਾ ਆਪਦੇ ਪਿਓ ਤੋਂ ਲੈ ਕੇ ਆ। ਜਦੋਂ ATM ਕੰਮ ਕਰਨਾ ਬੰਦ ਹੋ ਗਿਆ, ਕੁੜੀ ਮਚਾ ਦਿੱਤੀ ਗਈ। ਠੀਕ ਹੈ। ਤਾਂ ਹਰੀ ਕ੍ਰਾਂਤੀ ਜੇ ਖੁਸ਼ਹਾਲੀ ਲੈ ਕੇ ਆਈ ਤਾਂ ਪੰਜਾਬੀਆਂ ਨੂੰ ਧੀਆਂ ਕਿਉਂ ਸਾੜਨੀਆਂ ਪਈਆਂ, ਨੂੰਹਾਂ ਕਿਉਂ ਸਾੜਨੀਆਂ ਪਈਆਂ? ਫਿਰ ਹਾਂ, ਉਸ ਤੋਂ ਬਾਅਦ ਕੁੱਖਾਂ 'ਚ ਕਤਲ ਹੋਣੇ ਸ਼ੁਰੂ ਹੋਏ। ਉਸ ਤੋਂ ਬਾਅਦ ਆਈਲੈਟਸ, ਕੱਚਾ ਪੱਕਾ ਵਿਆਹ ਕਰਕੇ ਸਾਡੀ ਕੁੜੀ ਨੂੰ ਕੈਨੇਡਾ ਲੈ ਜਾਓ, ਆਸਟ੍ਰੇਲੀਆ ਲੈ ਜਾਓ। ਕੋਈ ਗੈਰਤਮੰਦ ਕੌਮ ਇਹ ਕਰ ਸਕਦੀ ਹੈ? ਪਰ ਅਜੀਤ ਤੇ ਟ੍ਰਿਬਿਊਨ 'ਚ ਇਸ ਤਰ੍ਹਾਂ ਦੇ ਇਸ਼ਤਿਹਾਰ ਲੱਗੇ ਕਿ ਸਾਡੀ ਕੁੜੀ ਨੇ ਆਈਲੈਟਸ ਕੀਤਾ ਹੋਇਆ ਤੇ ਕੋਈ ਵੀ ਕੱਚਾ ਪੱਕਾ ਵਿਆਹ ਕਰਕੇ ਉਹਨੂੰ ਉੱਥੇ ਲੈ ਜਾਏ। ਇਹਦਾ ਮਤਲਬ ਆ 25 ਲੱਖ ਲਾਓ, ਉੱਥੇ ਲਿਜਾ ਕੇ ਰੱਖਣੀ ਆ ਰੱਖ ਲਓ, ਛੱਡਣੀ ਆ ਛੱਡ ਦਿਓ। ਪਹਿਲਾਂ ਵੀ ਤਾਂ ਇਉਂ ਕੀਤਾ ਗਿਆ ਸੀ ਵੀ ਕੁੜੀਆਂ ਨੂੰ ਬੁੱਢੜਿਆਂ ਦੇ ਨਾਲ ਵਿਆਹ ਦਿੰਦੇ ਸੀ, ਹਨਾ। ਜਿਵੇਂ ਮਲਕੀਤ ਦਾ ਕਈ ਵਾਰੀ ਗੀਤ ਮੈਂ ਜਦੋਂ ਸੁਣਦੀ ਆ, ਮੈਨੂੰ ਉਹ ਵੇਲੇ ਯਾਦ ਆਉਂਦੇ ਆ ਵੀ ਉਹਨਾਂ ਤੇ ਕੀ ਬੀਤਦਾ ਹੋਊ। ਆਈਲੈਟਸ ਤੋਂ ਪਹਿਲਾਂ ਦਾ ਤਾਂ ਜਦੋਂ ਆਰਥਿਕ ਪੱਖੋਂ ਕਿਸਾਨ ਔਖੇ ਹੁੰਦੇ ਗਏ ਤਾਂ ਉਹਨਾਂ ਨੇ ਆਪਣੀਆਂ ਕੁੜੀਆਂ ਵਿਆਹ ਦੇ ਨਾਂ ਤੇ ਵੇਚਣੀਆਂ ਸ਼ੁਰੂ ਕੀਤੀਆਂ। 22 ਸਾਲਾਂ ਦੀ ਕੁੜੀ ਨੂੰ 40-50 ਸਾਲ ਦੇ ਮੁੰਡੇ ਨਾਲ ਵਿਆਹ ਕੇ ਭੇਜੋਗੇ, ਬੁੱਢੇ ਨਾਲ, ਤਾਂ ਉਹਨੂੰ ਮੈਂ ਵਿਆਹ ਨਹੀਂ ਕਹਿੰਦਾ, ਉਹਨੂੰ ਵੇਚਣਾ ਕਹਿੰਦਾ। ਤਾਂ ਅਸੀਂ ਕੁੜੀਆਂ ਨੂੰ ਜ਼ਰੀਆ ਬਣਾਇਆ ਆਪਣੀ ਖੁਸ਼ਹਾਲੀ ਦੇ ਰਸਤੇ ਲੱਭਣ ਵਾਸਤੇ। ਜਦੋਂ ਉਹ ਜ਼ਰੀਆ ਫੇਲ ਹੋ ਗਿਆ, ਕੈਨੇਡਾ ਅਮਰੀਕਾ ਵਾਲਿਆਂ ਨੂੰ ਪਤਾ ਲੱਗ ਗਿਆ ਇਹ ਮਾਮੇ ਦੇ ਮੁੰਡੇ ਧੀ ਐਂ ਕਰਕੇ ਲੈ ਆਉਂਦੇ ਆ, ਹੁਣ ਤਾਂ ਸਕੇ ਭੈਣ ਭਾਈ ਵੀ ਆ ਗਏ ਕੇਸ। ਤਾਂ ਉੱਥੇ ਜਦੋਂ ਸ਼ਿਕੰਜੇ ਕਸੇ ਗਏ, ਇਮੀਗ੍ਰੇਸ਼ਨ ਸਖਤ ਹੋ ਗਈ, ਉਦੋਂ ਬਾਅਦ ਆਈਲੈਟਸ ਵਾਲਾ ਸ਼ੋਸ਼ਾ ਨਿਕਲ ਆਇਆ। ਤਾਂ ਇਹ ਹਰੀ ਕ੍ਰਾਂਤੀ ਜੇ ਵਾਕਈ ਪੰਜਾਬ ਦੇ ਲਈ ਫਾਇਦੇਮੰਦ ਸੀ, ਖੁਸ਼ਹਾਲੀ ਵਾਲਾ ਸਿਸਟਮ ਸੀ, ਤਾਂ ਪੰਜਾਬ ਇਸ ਹੱਦ ਤੱਕ ਕਿਵੇਂ ਗਰਕ ਗਿਆ? ਨਾ ਕੋਈ ਗੈਰਤ ਬਚੀ, ਨਾ ਕੋਈ ਅਣਖ ਬਚੀ, ਤੇ ਕਰਦੇ ਕਰਾਉਂਦੇ ਆਤਮ ਹੱਤਿਆਵਾਂ ਤੱਕ ਪਹੁੰਚ ਗਏ। ਬਿਲਕੁਲ ਹਾਂ। ਤੇ ਕੋਈ ਵੀ ਅਜਿਹਾ ਸਾਡਾ ਦਰਸ਼ਕ ਨਹੀਂ ਹੋਊਗਾ ਜਿਹੜਾ ਇਸ ਚੀਜ਼ ਤੋਂ ਜਾਣੂ ਨਹੀਂ ਹੋਊਗਾ ਕਿ ਕੀ ਸਥਿਤੀ ਹੈ ਜੋ ਕਿ ਪੰਜਾਬ ਦੀ। ਪਰ ਗੁਰਪ੍ਰੀਤ ਜੀ, ਅਸੀਂ ਹੁਣ ਤੁਹਾਡਾ ਲਾਹਾ ਲਵਾਂਗੇ। ਅਖੀਰ ਦੇ ਵਿੱਚ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਆਪਣੇ ਤਜਰਬੇ ਦੇ ਵਿੱਚੋਂ, ਕਿਉਂਕਿ ਇੰਨੇ ਕਿਸਾਨਾਂ ਨੂੰ ਇੰਨੇ ਲੰਮੇ ਸਮੇਂ ਦੇ ਵਿੱਚ ਤੁਸੀਂ ਮਿਲਦੇ ਰਹੇ ਆ, ਕੀ ਸੇਧ ਦੇਣੀ ਚਾਹੋਗੇ ਜਿਸ ਦੇ ਨਾਲ ਸਾਡੇ ਜਿਹੜੇ ਕਿਸਾਨ ਹੈ ਉਹ ਆਪਣਾ ਰੁਤਬਾ ਉਹ ਵੀ ਬਰਕਰਾਰ ਰੱਖਣ ਤੇ 4 ਪੈਸੇ ਵੀ ਕਿਸਾਨ ਦੇ ਪੱਲੇ ਪੈ ਜਾਣ? ਜਿੱਥੋਂ ਤੱਕ ਸੇਧ ਦਾ ਸਵਾਲ ਹੈ, ਗੁਰਪ੍ਰੀਤ ਦਬੜੀ ਖਾਨਾ ਇੰਨੀ ਹੈਸੀਅਤ ਤੇ ਔਕਾਤ ਨਹੀਂ ਰੱਖਦਾ। ਸੇਧ ਸਾਨੂੰ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਚਾਹੀਦੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਗੁਰਬਾਣੀ ਦੀ ਇੱਕ ਇੱਕ ਸ਼ਲੋਕ ਦੀ ਇੱਕ ਇੱਕ ਤੁਕ ਦੇ ਵਿੱਚ 1430 ਪੰਨਿਆਂ ਦਾ ਸਾਰ ਭਰਿਆ ਹੋਇਆ।
ਅਸੀਂ ਗੁਰੂ ਤੋਂ ਬੇਮੁਖ ਹੋ ਕੇ ਇਸ ਕੁਚੱਕਰ 'ਚ ਫਸ ਗਏ। ਸਾਡੀ ਖੇਤੀ 13 ਵਾਲੀ ਖੇਤੀ ਸੀ। ਹਰੀ ਕ੍ਰਾਂਤੀ ਨੇ ਸਾਨੂੰ ਮੇਰਾ ਵਾਲੀ ਖੇਤੀ 'ਚ ਫਸਾ ਲਿਆ। ਸਾਡੇ ਬਜ਼ੁਰਗ ਬੀਜ ਪਾਉਣ ਲੱਗੇ ਕਹਿੰਦੇ ਸੀ ਗਊ ਗਰੀਬ ਦੇ ਭਾਗੀ, ਚਿੜੀ ਚਨੌਰ ਦੇ ਭਾਗੀ, ਰਾਈਆਂ ਪਾਂਧੀਆਂ ਦੇ ਭਾਗੀ, ਹਾਲੀਆਂ ਪਾਲੀਆਂ ਦੇ ਭਾਗੀ, ਸਭ ਦੇ ਕਰਮਾਂ ਨੂੰ ਦਈ। ਤਾਂ ਅਸੀਂ ਇਹ ਖੇਤੀ ਕਰਦੇ ਕਰਦੇ ਇਹ ਜਿਹੜੇ ਚਿੜੀ ਚਨੌਰ, ਰਾਹੀ ਪਾਂਧੀ, ਹਾਲੀ ਪਾਲੀ, ਸਭ ਦੇ ਕਰਮ, ਗਊ ਗਰੀਬ, ਇਹ ਜਿਹਨੂੰ ਕਿਹਾ ਉਹ ਕਿਹਨੇ ਬਣਾਏ? ਉਹ ਬਣਾਏ ਉਹਨੇ ਜਿਹਨੂੰ ਪਹਿਲੇ ਪਾਤਸ਼ਾਹ ਨੇ 13 ਕਿਹਾ ਸੀ। ਤਾਂ ਅਸੀਂ ਤਾਂ 13 ਵਾਲੀ ਖੇਤੀ ਕਰਦੇ ਸੀ ਤੇ ਸਾਨੂੰ ਮੇਰਾ ਵਾਲੀ ਖੇਤੀ 'ਚ ਉਲਝਾ ਲਿਆ ਗਿਆ। ਤੇ ਮੇਰਾ ਵਾਲੀ ਖੇਤੀ ਕਰਦੇ ਹੋਏ ਅਸੀਂ ਉਹ ਸਾਰਾ ਕੁਝ ਹੰਢਾ ਰਹੇ ਹਾਂ ਆਪਦੇ ਉੱਤੇ, ਜਿਹਦੀ ਗੱਲ ਕੀਤੀ ਆ। ਤੇ ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਨੂੰ ਪ੍ਰਮਾਤਮਾ ਨੇ ਜੋ ਬਖਸ਼ਿਸ਼ ਕੀਤੀ ਆ, ਮੇਰਾ ਤਾਂ ਕੋਈ ਖੇਤੀ ਦਾ ਬੈਕਗਰਾਉਂਡ ਨਹੀਂ, ਪਰ ਅੱਜ ਪੂਰੀ ਦੁਨੀਆ ਜਿੱਥੇ ਵੀ ਪੰਜਾਬੀ ਬੈਠੇ ਆ ਉਹ ਜਾਣਦੇ ਆ ਕੋਈ ਗੁਰਪ੍ਰੀਤ ਦਬੜੀ ਖਾਨਾ ਹੈਗਾ। ਤਾਂ ਗੁਰਪ੍ਰੀਤ ਦਬੜੀ ਖਾਨਾ ਜੋ ਕਰ ਸਕਦਾ ਪਿਆ ਉਹਦੀ ਕਿਰਪਾ ਨਾਲ, ਉਹ ਇਹ ਆ ਕਿ ਕਿਸਾਨਾਂ ਤੱਕ ਪਹੁੰਚਦਾ ਪਿਆ। ਕੈਂਪ ਲਾਉਂਦਾ, ਕੁਦਰਤੀ ਖੇਤੀ ਦੇ ਟ੍ਰੇਨਿੰਗ ਕੈਂਪ ਲਾਉਂਦਾ, ਉਹਨਾਂ ਨੂੰ ਟ੍ਰੇਨਿੰਗ ਦਿੰਦਾ, ਉਹਨਾਂ ਦੇ ਖੇਤਾਂ ਤੱਕ ਪਹੁੰਚਦਾ। ਤਾਂ ਮੇਰੇ ਕੋਲ ਜਿੰਨੀ ਕੁ ਨੌਲੇਜ ਉਹਦੀ ਕਿਰਪਾ ਨਾਲ ਹੈਗੀ ਆ, ਮੈਂ ਉਹ ਇਹਨਾਂ ਤਰੀਕਿਆਂ ਨਾਲ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਦੀ ਕਰ ਸਕਦਾ। ਤੇ ਉਹ ਵੀ ਉਦੋਂ ਤੱਕ ਜਦੋਂ ਤੱਕ ਉਹਦਾ ਹੁਕਮ ਹੈ ਜੀ। ਤੇ ਜੇਕਰ ਕੋਈ ਤੁਹਾਡੇ ਨਾਲ ਹੁਣ ਜੁੜਨਾ ਚਾਹੇ ਤਾਂ ਕਿਸ ਮਾਧਿਅਮ ਤੇ ਕਿਵੇਂ ਜੁੜ ਸਕਦਾ? ਕੋਈ ਆਪਣਾ ਮੋਬਾਈਲ ਫੋਨ ਨੰਬਰ ਜਾਂ ਫਿਰ ਕੋਈ ਚੈਨਲ ਤੁਸੀਂ ਆਪਣਾ ਦੱਸਣਾ ਚਾਹੋ ਤਾਂ? ਮੇਰਾ ਇੱਕ YouTube ਚੈਨਲ ਹੈ, ਨੈਚੁਰਲ ਫਾਰਮਿੰਗ ਗੁਰਪ੍ਰੀਤ ਦਬੜੀ ਖਾਨਾ ਸਰਚ ਕਰੋਗੇ ਤਾਂ ਨਿਕਲ ਆਏਗਾ। ਲੇਡੀ ਬਰਡ ਬੀਟਲ ਦੀ ਉਹਦੇ 'ਤੇ ਫੋਟੋ ਲੱਗੀ ਹੋਈ ਆ, ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਇਹਦੇ ਇਲਾਵਾ ਆਪਣਾ ਫੇਸਬੁੱਕ ਪੇਜ ਹੈਗਾ ਨੈਚੁਰਲ ਫਾਰਮਿੰਗ ਗੁਰਪ੍ਰੀਤ ਦਬੜੀ ਖਾਨਾ, ਤਾਂ ਉਹਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ। ਇਹਦੇ ਇਲਾਵਾ ਮੇਰੇ ਨਾਲ ਜੇ ਪਰਸਨਲੀ ਕੰਟੈਕਟ ਕਰਨਾ, ਮੇਰਾ ਫੋਨ ਨੰਬਰ ਹੈਗਾ 88 377 41 682। ਮੈਨੂੰ ਦਿਨ ਦੇ ਵਿੱਚ 250-300 ਫੋਨ ਆਉਂਦੇ ਆ। ਫੋਨ ਉਦੋਂ ਹੀ ਕਰੋ ਜਦੋਂ ਬਿਲਕੁਲ ਵੀ ਜਮਾ ਹੀ ਨਾ ਸਰਦਾ ਹੋਵੇ। ਜੀ ਬਿਲਕੁਲ, ਸਤਰੰਗ ਸੈਲੀਬ੍ਰਿਟੀ ਨੇ ਦਿਲ ਦੀ ਗੱਲ ਕਹਿ ਦਿੱਤੀ ਹੈ। ਪਰ ਹੁਣ ਮੈਂ ਬਿਲਕੁਲ ਇਹ ਸਾਰੀ ਚੀਜ਼ 'ਚੋਂ ਬਾਹਰ ਆ ਕੇ ਇੱਕ ਪਿਆਰਾ ਜਿਹਾ ਜਾਂਦੇ ਸਵਾਲ ਆਪਣੇ ਵੱਲੋਂ ਵੀ ਪੁੱਛਣਾ ਚਾਹੁੰਦੀ ਹਾਂ। ਤੁਹਾਨੂੰ ਇੰਨਾ ਮਾਣ ਇੱਜ਼ਤ ਮਿਲਿਆ, ਤੁਹਾਨੂੰ ਕਿਹੜੇ ਵੱਡੇ ਮਾਧਿਅਮਾਂ 'ਤੇ ਬੁਲਾਇਆ ਗਿਆ ਹੁਣ ਤੱਕ? ਦੇਖੋ ਜੀ, ਜਿਹੜਾ ਮੇਰਾ ਸਭ ਤੋਂ ਵੱਡਾ ਮਾਣ ਇੱਜ਼ਤ ਤੇ ਜਿਹੜਾ ਮੈਨੂੰ ਸਤਿਕਾਰ ਮਿਲਿਆ ਉਹ ਕਿਸਾਨਾਂ ਵੱਲੋਂ ਹੈ। ਠੀਕ ਹੈ ਜੀ, ਮੈਨੂੰ ਕਿਸਾਨ ਸਿਰ ਅੱਖਾਂ 'ਤੇ ਬਿਠਾਉਂਦੇ ਆ। ਅੱਜ ਮੈਂ ਇੱਥੇ ਖੜਾ ਤਾਂ ਮੈਂ ਇਸ ਕਰਕੇ ਖੜਾ ਕਿ ਮੈਂ ਆਪਣੀ ਇਮਾਨਦਾਰੀ ਤੇ ਆਪਣੇ ਅਸੂਲਾਂ ਨੂੰ ਨਹੀਂ ਛੱਡਿਆ। ਤੇ ਹੁਣ ਮੈਂ ਜੇ ਕਹਾਂ ਤਾਂ ਪੰਜਾਬ ਐਗਰੋ ਨੇ ਮੈਨੂੰ ਐਜ਼ ਆ ਰਿਸੋਰਸ ਪਰਸਨ, ਸਟੇਟ ਰਿਸੋਰਸ ਪਰਸਨ ਆਪਣੇ ਨਾਲ ਜੋੜਿਆ। ਮੈਂ ਕਿਸੇ ਨਾਲ ਵੀ ਬੌਂਡ ਹੋ ਕੇ ਕੰਮ ਨਹੀਂ ਕਰਦਾ। ਸੱਤਿਆਮੇਵ ਜਯਤੇ 'ਚ ਵੀ ਮੈਨੂੰ ਉਹਨਾਂ ਨੇ ਮਾਣ ਦਿੱਤਾ। ਇਹਦੇ ਇਲਾਵਾ ਇੱਕ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਹੈ, ਉਹਨਾਂ ਦਾ ਵੀ ਮੈਂ ਸਟੇਟ ਰਿਸੋਰਸ ਪਰਸਨ ਹੈ ਪੰਜਾਬ ਦਾ। ਤੇ ਆਪਣਾ ਪੰਜਾਬ ਐਗਰੋ ਦਾ ਵੀ ਹੈਗਾ। ਤੇ ਸੱਤਿਆਮੇਵ ਜਯਤੇ 'ਚ ਵੀ ਮੇਰਾ ਥੋੜ੍ਹਾ ਜਿਹਾ ਹੈਗਾ ਸੀਗਾ। ਇਹਦੇ ਇਲਾਵਾ ਜਿਹੜਾ ਉਹ ਆਪਣਾ ਪ੍ਰਾਈਮ ਏਸ਼ੀਆ TV ਹੈ, ਉਹਦੇ 'ਤੇ ਵੀ ਮੇਰਾ ਇੱਕ ਪ੍ਰਾਈਮ ਫੋਕਸ ਵਾਲਾ ਸ਼ੋਅ ਉਹਨਾਂ ਨੇ ਕੀਤਾ ਸੀ, ਆਰਗੇਨਾਈਜ਼ ਕੀਤਾ ਸੀ। ਬਾਕੀ ਇਹ ਛੋਟੀਆਂ ਚੀਜ਼ਾਂ ਮੈਂ ਅਖਬਾਰਾਂ ਦੇ ਵਿੱਚ ਲਿਖਦਾ ਰਹਿੰਦਾ। ਅਜੀਤ, ਨਵਾਂ ਜ਼ਮਾਨਾ 'ਚ ਲਿਖਿਆ, ਪੰਜਾਬੀ ਟ੍ਰਿਬਿਊਨ 'ਚ ਲਿਖਿਆ, ਪੰਜਾਬੀ ਜਾਗਰਣ 'ਚ ਵੀ ਲਿਖਿਆ। ਤੇ ਇੱਦਾਂ ਹੀ ਆ ਬਸ, ਚੱਲਦਾ ਰਵੇ ਚਲਾਉਣਾ ਜੀ। ਜਿਹੜਾ ਕਿਸਾਨ ਦੇ ਹੱਕ ਦੇ ਵਿੱਚ ਖੜਾ ਹੈ, ਉਸ ਗੁਰਪ੍ਰੀਤ ਦਬੜੀ ਖਾਨਾ ਨੂੰ ਸਤਰੰਗ ਵੱਲੋਂ ਸਲਾਮ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ।